ਅੱਜ ਬੜਾ ਜਾਣਕਾਰੀ ਭਰਪੂਰ ਅਸੀਂ ਟਾਕ ਸ਼ੋਅ ਕਰਨ ਜਾ ਰਹੇ ਹਾਂ। ਪਿਛਲੇ ਕੁਝ ਦਿਨਾਂ ਤੋਂ ਸਾਡੇ ਕਾਲਜ ਦੀਆਂ ਕਾਲਸ ਆ ਰਹੀਆਂ ਸੀ ਕਿ ਇਸ ਵਿਸ਼ੇ ਬਾਰੇ ਗੱਲਬਾਤ ਕੀਤੀ ਜਾਏ। ਜਿੰਨੇ ਵੀ ਸਾਡੇ ਟਾਕ ਸ਼ੋਅ ਹੁੰਦੇ ਨੇ ਜਾਂ ਤਾਂ ਜਿਹੜੀਆਂ ਖਬਰਾਂ ਹੁੰਦੀਆਂ ਨੇ ਉਹਨਾਂ ਨੂੰ ਲੈ ਕੇ, ਜਾਂ ਸੋਸ਼ਲ ਇਸ਼ੂਜ਼ ਨੂੰ ਲੈ ਕੇ, ਜਾਂ ਕਲਚਰਲ ਇਸ਼ੂਜ਼ ਨੂੰ ਲੈ ਕੇ, ਜੋ ਕੁਝ ਮਸਲੇ ਤੁਹਾਡੀ ਰੋਜ਼ਮਰਾ ਜ਼ਿੰਦਗੀ ਨਾਲ ਸੰਬੰਧਿਤ ਨੇ। ਅੱਜ ਜੋ ਸਾਡਾ ਵਿਚਾਰ ਵਟਾਂਦਰਾ ਹੋਵੇਗਾ ਉਹ ਇਹ ਹੈ ਕਿ ਪੰਜਾਬ ਦੇ ਵਿੱਚ ਜਾਂ ਹਰਿਆਣੇ ਦੇ ਵਿੱਚ ਜਾਂ ਨੇੜਲੇ ਸੂਬਿਆਂ ਦੇ ਵਿੱਚ ਬਹੁਤ ਸਾਰੇ ਲੋਕਾਂ ਦੀਆਂ ਜ਼ਮੀਨਾਂ ਜਾਇਦਾਦਾਂ ਨੇ ਅਤੇ ਇੱਥੇ ਕੈਨੇਡਾ ਦੀ ਧਰਤੀ 'ਤੇ ਆ ਕੇ ਵੱਡੀ ਸੰਖਿਆ 'ਚ ਲੋਕ ਵਸੇ ਹੋਏ ਨੇ। ਲੇਕਿਨ ਇੱਥੇ ਰਹਿ ਕੇ ਤੁਸੀਂ ਆਪਣੀ ਪਾਵਰ ਆਫ ਅਟਾਰਨੀ ਆਪਣੇ ਕਿਸੇ ਭਰਾ ਨੂੰ ਜਾਂ ਕਿਸੇ ਰਿਸ਼ਤੇਦਾਰ ਨੂੰ, ਖੂਨ ਦਾ ਰਿਸ਼ਤਾ ਜਾਂ ਕੋਈ ਬਹੁਤ ਮੋਹ ਮੁਹੱਬਤ ਹੁੰਦੀ ਹੈ, ਉਹਨਾਂ ਨੂੰ ਦੇ ਦਿੰਦੇ ਹੋ। ਅਤੇ ਪਿੱਛੋਂ ਹੁਣ ਇੱਕ ਤਾਂ ਕੋਵਿਡ ਦਾ ਮਾਹੌਲ ਚੱਲਿਆ, ਵੈਸੇ ਨਹੀਂ ਫਲਾਈਟਾਂ ਹੀ ਬੰਦ ਨੇ, ਜਾਣਾ ਚਾਹਵੇ ਵੀ ਤਾਂ ਵੀ ਨਹੀਂ ਅਜਿਹੇ ਸਥਿਤੀ 'ਚ ਜਾਇਆ ਜਾ ਸਕਦਾ। ਇਸ ਤੋਂ ਪਹਿਲਾਂ ਵੀ ਜਿਹੜਾ ਪਾਵਰ ਆਫ ਅਟਾਰਨੀ ਦਿੰਦੇ ਹੈ ਅਤੇ ਤੁਹਾਡੇ ਆਪਣੇ ਜਿਨ੍ਹਾਂ ਨੂੰ ਤੁਸੀਂ ਜਿਨ੍ਹਾਂ 'ਤੇ ਭਰੋਸਾ ਸੀ ਉਹ ਪਾਵਰ ਆਫ ਅਟਾਰਨੀ ਦਾ ਮਿਸਯੂਜ਼ ਕਰ ਜਾਂਦੇ ਨੇ ਅਤੇ ਤੁਹਾਡੀਆਂ ਜ਼ਮੀਨਾਂ ਜਾਇਦਾਦਾਂ ਹੜੱਪ ਕਰ ਜਾਂਦੇ ਨੇ, ਅੱਗੇ ਤੋਂ ਅੱਗੇ ਵੇਚ ਦਿੰਦੇ ਨੇ ਅਤੇ ਤੁਸੀਂ ਜਿਹੜੀ ਸਾਰੀ ਉਮਰ ਦੀ ਕਮਾਈ ਹੁੰਦੀ ਹੈ ਉਸ ਤੋਂ ਹੱਥ ਧੋ ਬਹਿੰਦੇ ਹੋ। ਸੋ ਅੱਜ ਇਸੇ ਵਿਸ਼ੇ ਨੂੰ ਲੈ ਕੇ ਸਾਡੀ ਗੱਲਬਾਤ ਚੱਲੇਗੀ। ਗੱਲਬਾਤ ਕਰਨ ਲਈ ਉੱਘੇ ਅਤੇ ਤਜਰਬੇਕਾਰ ਵਕੀਲ, ਜਿਨ੍ਹਾਂ ਦਾ 35 ਸਾਲ ਤੋਂ ਵੀ ਵੱਧ ਵਕਾਲਤ ਦੇ ਵਿੱਚ ਤਜਰਬਾ ਹੈ ਅਤੇ ਉਹ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨੇ ਅਤੇ ਇਸ ਵੇਲੇ ਵਕਾਲਤ ਕਰ ਰਹੇ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਵਿੱਚ। ਮੇਰੀ ਮੁਰਾਦ ਹੈ ਨਰਿੰਦਰ ਸਿੰਘ ਪਵਾਰ ਤੋਂ, ਜੋ ਮੇਰੇ ਨਾਲ ਚੰਡੀਗੜ੍ਹ ਤੋਂ ਲਾਈਨ 'ਤੇ ਨੇ। ਜੀ ਨਰਿੰਦਰ ਸਿੰਘ ਪਵਾਰ ਜੀ, ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ 'ਚ ਸ਼ਾਮਿਲ ਹੋਣ ਲਈ। ਥੈਂਕ ਯੂ ਸਰ, ਧੰਨਵਾਦ ਜੀ, ਬਹੁਤ ਬਹੁਤ। ਪਵਾਰ ਸਾਹਿਬ, ਇਸ ਵੇਲੇ ਜੇ ਹੌਟੈਸਟ ਇਸ਼ੂ ਹੈ ਪ੍ਰਵਾਸੀਆਂ ਦੇ ਲਈ, ਇੱਕ ਪਾਸੇ ਕੋਵਿਡ-19 ਪੈਂਡੈਮਿਕ ਦਾ ਮਾਹੌਲ ਚੱਲ ਰਿਹਾ ਹੈ, ਪੌਣੇ 2 ਸਾਲ ਹੋ ਗਏ ਨੇ, ਲੋਕੀ ਚਾਹੁੰਦੇ ਹੋਏ ਵੀ ਆਪਣੇ ਵਤਨ ਨਹੀਂ ਜਾ ਸਕੇ, ਮਜਬੂਰੀਆਂ ਨੇ, ਅਤੇ ਦੂਜੇ ਪਾਸੇ ਲੋਕਾਂ ਨੇ ਪਾਵਰ ਆਫ ਅਟਾਰਨੀ ਦਿੱਤੀ ਹੋਈ ਸੀਗੀ, ਕੁਛ ਆਪਣੇ ਕਿਸੇ ਨਾ ਕਿਸੇ ਕਾਰਨ ਕਰਕੇ ਆਪਣੇ ਪਰਿਵਾਰਕ ਮੈਂਬਰਾਂ ਨੂੰ, ਸਕਿਆਂ ਨੂੰ, ਜਾਂ ਦੋਸਤਾਂ ਮਿੱਤਰਾਂ ਨੂੰ, ਜਾਂ ਭਰੋਸੇਯੋਗ ਬੰਦਿਆਂ ਨੂੰ ਉਹਨਾਂ ਨੇ ਮਿਸਯੂਜ਼ ਕਰ ਲਿਆ। ਹੁਣ ਸਭ ਤੋਂ ਪਹਿਲਾਂ ਤਾਂ ਦੱਸੋ, ਇਹ ਜਿਹੜਾ ਪਾਵਰ ਆਫ ਅਟਾਰਨੀ ਹੈ ਇਹ ਹੈ ਕੀ ਹੈ? ਸਭ ਤੋਂ ਪਹਿਲਾਂ ਸੋਤਾ ਜੀ, ਮੇਰੀ ਕੈਨੇਡਾ ਦੀ ਸਮੂਹ ਸੰਗਤਾਂ ਨੂੰ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਫਤਿਹ। ਹਾਂ ਸੋਤਾ ਜੀ, ਇਹ ਜਿਹੜੀ ਪਾਵਰ ਆਫ ਅਟਾਰਨੀ ਹੈ, ਜਦੋਂ ਕਿਸੇ ਬੰਦੇ ਦੀ ਇੱਕ ਜਾਇਦਾਦ ਹੈਗੀ ਹੈ ਤੇ ਉਹ ਕਿਤੇ ਦੂਰ ਜਾਂਦਾ ਜਾਂ ਉਸ ਨੂੰ ਅਟੈਂਡ ਕਰਨ ਤੋਂ ਅਸਮਰਥ ਹੈ, ਹਾਂਜੀ, ਤੇ ਉਹ ਫਿਰ ਆਪਣੇ ਹੱਕ ਜਿਹੜੇ ਨੇ ਉਹ ਪਾਵਰ ਆਫ ਅਟਾਰਨੀ, ਮਤਲਬ ਪਾਵਰ ਆਫ ਅਟਾਰਨੀ ਸਾਰੇ ਹੱਕ ਉਹ ਆਪਣੀ ਜਿਹੜੇ ਹੈਗੇ ਆ ਉਹ ਕਿਸੇ ਨਾ ਕਿਸੇ ਬੰਦੇ ਦੇ ਨਾਂ ਕਰ ਦਿੰਦਾ ਹੈ। ਇਹਦੀ ਬਕਾਇਦਾ ਵਰਡਿੰਗ ਹੈ, ਪਾਵਰ ਆਫ ਅਟਾਰਨੀ ਬਣਦੀ ਹੈ ਕਿ ਮੇਰੀ ਗੈਰ ਹਾਜ਼ਰੀ 'ਚ ਇਹ ਬੰਦਾ ਜਿਹੜਾ ਹੈਗਾ ਉਹਦਾ ਨਾਂ ਜਿਹਦਾ ਦਰਜ ਹੈ ਉਹ ਇਸ ਪ੍ਰਾਪਰਟੀ ਬਾਰੇ ਕੁਝ ਵੀ ਕਰ ਸਕਦਾ ਹੈ। ਪਾਵਰ ਆਫ ਅਟਾਰਨੀ 2 ਤਰ੍ਹਾਂ ਦੀਆਂ ਹੁੰਦੀਆਂ ਨੇ। ਇੱਕ ਜਨਰਲ ਪਾਵਰ ਆਫ ਅਟਾਰਨੀ, ਆਮ ਤੌਰ ਤੇ ਲੋਕ ਜਨਰਲ ਪਾਵਰ ਆਫ ਅਟਾਰਨੀ ਜਿਹੜੀ ਆ ਉਹ ਦੇ ਦਿੰਦੇ ਹੈ। ਜਨਰਲ ਪਾਵਰ ਆਫ ਅਟਾਰਨੀ ਜਿਹਦੇ ਵੀ ਹੱਕ ਵਿੱਚ ਹੋਏਗੀ ਉਹ ਬੰਦਾ ਇੱਕ ਤਰੀਕੇ ਨਾਲ ਉਸ ਦੀ ਅਸਲ ਮਾਲਕ ਦੀ ਗੈਰ ਹਾਜ਼ਰੀ ਵਿੱਚ ਉਹ ਮਾਲਕ ਦੇ ਜਿਹੜੇ ਹੱਕ ਨੇ ਉਹ ਅਖਤਿਆਰ ਕਰ ਲੈਂਦਾ ਜੀ। ਇਸ ਕਰਕੇ ਇਸ ਪਾਵਰ ਆਫ ਅਟਾਰਨੀ ਨੂੰ ਕਿਸੇ ਬੰਦੇ ਨੂੰ, ਇੱਥੇ ਤੁਸੀਂ ਇੰਡੀਆ 'ਚ ਹੈਗੇ ਹੋ, ਤੁਸੀਂ ਕੈਨੇਡਾ ਚੱਲੇ ਹੋ ਜਾਂ ਤੁਸੀਂ ਅਮਰੀਕਾ ਚੱਲੇ ਹੋ, ਫਿਰ ਉਹ ਕਹਿੰਦੇ ਭਾਈ ਇਹ ਤੇਰੀ ਜਾਇਦਾਦ ਦੀ ਦੇਖਭਾਲ ਕੌਣ ਕਰੇਗਾ, ਕੋਈ ਕਾਰਵਾਈ ਕਰਨੀ ਪਈ ਕੀ ਕਰੇਂਗੇ? ਫਿਰ ਉਹ ਕਹਿੰਦੇ ਇਸ ਚੀਜ਼ ਵਾਸਤੇ ਕਿ ਪਾਵਰ ਆਫ ਅਟਾਰਨੀ ਬਣਾ ਦਿਓ। ਪਾਵਰ ਆਫ ਅਟਾਰਨੀ ਇਸ ਬੰਦੇ ਦੇ ਕੋਲ ਹੋਏਗੀ, ਇਹ ਤੁਹਾਡੀ ਥਾਂ ਤੇ ਦਸਤਖਤ ਕਰ ਸਕੇਗਾ, ਤੁਹਾਡੀ ਥਾਂ ਤੇ ਹਰ ਤਰ੍ਹਾਂ ਦੇ ਹੱਕ ਹਾਸਲ ਕਰਕੇ ਉਸ ਦੀ ਰਾਖੀ ਕਰ ਸਕੇਗਾ ਜਾਂ ਉਸ ਤੇ ਜੋ ਵੀ ਕਾਰਵਾਈ ਕਰਨੀ ਹੈ ਈਵਨ ਇੱਥੋਂ ਤੱਕ ਹੀ ਵੇਖ ਸਕਦਾ ਹੈ। ਇਹ ਪਾਵਰ ਆਫ ਅਟਾਰਨੀ ਹੈ ਜਿੱਥੇ ਅਸਲ ਮਾਲਕ ਜਿਹੜਾ ਹੈਗਾ ਇਹ ਐਬਸੈਂਸ਼ੀਆ ਹੁੰਦਾ ਹੈ ਤੇ ਦੂਸਰੇ ਨੂੰ ਆਪਣੇ ਹੱਕ ਦੇ ਜਾਂਦਾ ਹੈ ਜੀ। ਇਹ ਪਾਵਰ ਆਫ ਅਟਾਰਨੀ ਹੈ ਤੇ ਇਹ ਇੱਥੋਂ ਵੀ ਹੋ ਸਕਦੀ ਹੈ। ਜਿਸ ਤਰ੍ਹਾਂ ਤੁਸੀਂ ਇੱਥੇ ਇੰਡੀਆ ਆਇਆ ਕੋਈ ਬੰਦਾ, ਉਹ ਤਹਿਸੀਲ 'ਚ ਗਿਆ, ਉੱਥੇ ਉਹ ਵਰਡਿੰਗ ਸੈੱਟ ਵਰਡਿੰਗ ਹੁੰਦੀ ਹੈ, ਉਹ ਸੈੱਟ ਵਰਡਿੰਗ ਤਿਆਰ ਕਰਕੇ ਤਹਿਸੀਲਦਾਰ ਦੇ ਸਾਹਮਣੇ ਦੋਵੇਂ ਜਾਣੇ ਪੇਸ਼ ਹੋ ਜਾਂਦੇ ਹੈ। ਦੋਵੇਂ ਜਾਣੇ ਪੇਸ਼ ਹੋ, ਤਹਿਸੀਲਦਾਰ ਉਸ ਚੀਜ਼ ਨੂੰ ਰਜਿਸਟਰ ਕਰ ਲੈਂਦਾ, ਉਹਦੀ ਬਕਾਇਦਾ ਐਂਟਰੀ ਹੋ ਜਾਂਦੀ ਹੈ ਜਿਹੜੇ ਇੱਥੋਂ ਦੀ ਰੈਵਨਿਊ ਤਹਿਸੀਲ ਹੁੰਦੀ ਹੈ ਉਹ। ਔਰ ਦੂਸਰਾ ਪਾਵਰ ਆਫ ਅਟਾਰਨੀ ਹੈ ਕਿ ਕਈ ਵਾਰੀ ਕੋਈ ਬੰਦਾ ਬਾਹਰ ਬੈਠਾ ਹੈ
ਜੀ ਉਹ ਕਹਿੰਦੇ ਆ ਜੀ ਆਪਣੀ ਪਾਵਰ ਆਫ ਅਟਾਰਨੀ ਭੇਜ ਦਿਓ। ਕਹਿੰਦਾ ਮੈਂ ਤੇ ਆ ਨਹੀਂ ਸਕਦਾ, ਮੈਂ ਕੰਮ 'ਚ ਰੁੱਝਿਆ ਹਾਂ, ਮੇਰੀ ਆਹ ਮਜਬੂਰੀ ਹੈ, ਮੇਰਾ ਇਸ ਤਰ੍ਹਾਂ ਹੈ, ਤੇ ਵੀ ਇਸ ਕਰਕੇ ਵੀ ਮੈਂ ਇਸ ਚੀਜ਼ ਬਾਰੇ ਕੋਈ ਐਕਸ਼ਨ ਲੈਣਾ ਚਾਹੁੰਦਾ। ਤੇ ਉਹ ਫਿਰ ਉੱਥੋਂ ਪਾਵਰ ਆਫ ਅਟਾਰਨੀ ਬਣਾ ਕੇ ਕੈਨੇਡਾ, ਜਿੱਥੇ ਵੀ ਉਹ ਬੰਦਾ ਵੱਸਦਾ ਹੈ, ਕੈਨੇਡਾ, ਅਮਰੀਕਾ ਜਾਂ ਇੰਗਲੈਂਡ, ਔਰ ਉੱਥੋਂ ਪਾਵਰ ਆਫ ਅਟਾਰਨੀ ਆਪਣੇ ਅਟਾਰਨੀ ਦੇ ਰਾਹੀਂ ਬਣਾ ਕੇ ਉਸ ਚੀਜ਼ ਨੂੰ ਉੱਥੇ ਮਤਲਬ ਜੋ ਵੀ ਹੈ ਸਟੈਂਪ ਕਰਵਾ ਕੇ ਫਿਰ ਉਹ ਇੰਡੀਆ ਭੇਜ ਦਿੰਦਾ ਹੈ। ਇੰਡੀਆ ਜਦੋਂ ਉਹ ਪਾਵਰ ਆਫ ਅਟਾਰਨੀ ਆਉਂਦੇ ਜਿਹਦੇ ਹੱਕ 'ਚ ਹੋਏਗੀ, ਉਹ ਪਾਵਰ ਆਫ ਅਟਾਰਨੀ ਫਿਰ ਜਿਸ ਜ਼ਿਲ੍ਹੇ ਦੇ ਵਿੱਚ ਉਹ ਪ੍ਰਾਪਰਟੀ ਹੈ, ਉਸ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਵਿੱਚ 3 ਮਹੀਨਿਆਂ ਦੇ ਵਿੱਚ ਉਹ ਅੰਬੋਸ ਮਤਲਬ ਉਸ ਫਿਰ ਸਟੇਟ ਦੀ ਉੱਤੇ ਮੋਹਰ ਲੱਗ ਜਾਂਦੀ ਹੈ, ਉਹ ਫਿਰ ਪਾਵਰ ਆਫ ਅਟਾਰਨੀ ਲਾਗੂ ਹੋ ਜਾਂਦੀ ਹੈ। ਤੇ ਜੇ ਉਹ 3 ਮਹੀਨਿਆਂ ਦੇ ਵਿੱਚ ਉਹਦੀ ਅੰਬੋਸਿੰਗ ਨਹੀਂ ਹੁੰਦੀ ਤਾਂ ਉਹ ਪਾਵਰ ਆਫ ਅਟਾਰਨੀ ਜਿਹੜੀ ਹੈਗੀ ਆ ਉਹ ਉੱਤੇ ਕਿੰਤੂ ਪਰੰਤੂ ਹੋ ਸਕਦਾ ਹੈ। ਤੇ ਇੱਕ ਇਹ ਹੋ ਗਈ ਜਨਰਲ ਪਾਵਰ ਆਫ ਅਟਾਰਨੀ, ਔਰ ਦੂਸਰੀ ਹੁੰਦੀ ਹੈ ਸਪੈਸ਼ਲ ਪਾਵਰ ਆਫ ਅਟਾਰਨੀ। ਸਪੈਸ਼ਲ ਪਾਵਰ ਆਫ ਅਟਾਰਨੀ ਹੁੰਦੀ ਹੈ ਕਿ ਉਹਦੇ 'ਚ ਕੁਝ ਹੱਕ ਰਾਖਵੇਂ ਹੁੰਦੇ ਨੇ। ਜਿਹੜਾ ਕੋਈ ਸਪੈਸ਼ਲ ਪਰਪਜ਼ ਹੈਗਾ ਕਿ ਇਹ ਬੰਦਾ ਸਪੋਜ਼ ਮੇਰੀ ਜ਼ਮੀਨ ਹੈ, ਇਸ ਨੂੰ ਇਹਦੀ ਦੇਖਭਾਲ ਕਰ ਸਕਦਾ, ਇਸ ਨੂੰ ਠੇਕੇ 'ਤੇ ਦੇ ਸਕਦਾ, ਇਸ ਨੂੰ ਇਹਦੇ 'ਚ ਕੋਈ ਤਬਦੀਲੀ ਕਰਨੀ ਹੈ ਉਹ ਕਰ ਸਕਦਾ, ਪਰ ਇਸ ਨੂੰ ਵੇਚ ਨਹੀਂ ਸਕਦਾ। ਇਹ ਸਪੈਸ਼ਲ ਉਹਦੇ 'ਚ ਐਂਟਰ ਕੀਤਾ ਜਾਂਦਾ ਹੈ। ਜਿਹੜੇ ਪਰਪਜ਼ ਵਾਸਤੇ ਉਹ ਚੀਜ਼ ਯੂਜ਼ ਕਰਨੀ ਹੈ, ਉਹ ਪਰਪਜ਼ ਸਪੈਸ਼ਲ ਪਾਵਰ ਆਫ ਅਟਾਰਨੀ 'ਚ ਮੈਂਸ਼ਨ ਹੁੰਦੇ ਹੈ, ਔਰ ਉਹਨਾਂ ਪਰਪਜ਼ ਤੋਂ ਵੱਧ ਉਹ ਬੰਦਾ ਜਿਹਦੇ ਹੱਕ 'ਚ ਪਾਵਰ ਆਫ ਅਟਾਰਨੀ ਹੁੰਦੀ ਹੈ ਉਹ ਕੁਛ ਨਹੀਂ ਕਰ ਸਕਦਾ। ਉਹਦੇ ਨਾਲ ਜਾਇਦਾਦ ਦੀ ਜਾਂ ਕਿਸੇ ਵੀ ਚੀਜ਼ ਦੀ ਕਾਫੀ ਰੱਖਿਆ ਹੋ ਜਾਂਦੀ ਹੈ, ਕਿਉਂਕਿ ਉਹ ਵੇਚ ਨਹੀਂ ਸਕਦਾ। ਉਹ ਹੋਰ ਉਹਦੇ 'ਚ ਜੋ ਸਪੈਸ਼ਲ ਪਾਵਰ ਆਫ ਅਟਾਰਨੀ ਲਿਖਿਆ ਹੋਵੇਗਾ ਉਹੀ ਕਰ ਸਕੇਗਾ। ਮੈਂ ਤੁਹਾਨੂੰ ਮਿਸਾਲ ਦੇ ਤੌਰ ਤੇ ਦੱਸਣਾ, ਇੱਕ ਮਕਾਨ ਹੈ, ਕੋਠੀ ਹੈ ਜੀ, ਔਰ ਉਸ ਦੀ ਸਪੈਸ਼ਲ ਉਹਦੀ ਪਾਵਰ ਆਫ ਅਟਾਰਨੀ ਤੁਸੀਂ ਜੇ ਜਨਰਲ ਪਾਵਰ ਆਫ ਅਟਾਰਨੀ ਦਿੱਤੀ ਹੈ ਤਾਂ ਉਹ ਜਿਹੜਾ ਜਨਰਲ ਪਾਵਰ ਆਫ ਅਟਾਰਨੀ ਹੋਲਡਰ ਹੈਗਾ, ਜਿਸ ਬੰਦੇ ਦੇ ਹੱਕ ਜੋ ਦਿੱਤੀ ਗਈ ਹੈ, ਉਹ ਉਸਨੂੰ ਕੁਛ ਵੀ ਕਰ ਸਕਦਾ, ਇੱਥੋਂ ਤੱਕ ਉਸ ਨੂੰ ਵੇਚ ਹੀ ਸਕਦਾ। ਪਰ ਜੇ ਸਪੈਸ਼ਲ ਪਾਵਰ ਆਫ ਅਟਾਰਨੀ ਹੈ ਜੀ, ਤੁਸੀਂ ਕਿਹਾ ਵੀ ਜਿਹੜਾ ਜਨਰਲ ਪਾਵਰ ਆਫ ਅਟਾਰਨੀ ਹੈ ਉਸ ਨੂੰ ਉਹ ਵੇਚ ਵੀ ਸਕਦਾ, ਉਸ ਦੇ ਜ਼ਰੀਏ ਉਹਦੇ ਸਾਰੇ ਹੱਕ ਹੁੰਦੇ ਹੈ। ਪਰ ਸਪੈਸ਼ਲ ਪਾਵਰ ਆਫ ਅਟਾਰਨੀ ਜਿਹੜੀ ਹੈਗੀ ਆ ਉਸ ਦੇ ਵਿੱਚ ਕੁਝ ਹੱਕ ਹੁੰਦੇ ਆ। ਉਹ ਕਹਿੰਦਾ ਇਹ ਬੰਦਾ ਮੇਰੇ ਮਕਾਨ ਦੀ ਰਾਖੀ ਕਰ ਸਕਦਾ, ਇਹਨੂੰ ਕਲੀ ਕਰਾ ਸਕਦਾ, ਇਹਦੀ ਰਿਪੇਅਰ ਕਰਾ ਸਕਦਾ, ਇਹਨੂੰ ਕਿਰਾਏ ਤੇ ਚੜਾ ਸਕਦਾ, ਇਹਦਾ ਕਿਰਾਇਆ ਵਸੂਲ ਕਰ ਸਕਦਾ, ਪਰ ਇਸ ਵਿੱਚ ਮਾਲਕੀ ਦੇ ਹੱਕ ਇਹਦੇ ਨਹੀਂ ਹੋਣਗੇ, ਇਸ ਨੂੰ ਉਹ ਵੇਚ ਨਹੀਂ ਸਕਦਾ, ਇਹਨੂੰ ਕੁਛ ਹੋਰ ਨਹੀਂ ਕਰ ਸਕਦਾ। ਇਹ ਸਪੈਸ਼ਲ ਪਾਵਰ ਆਫ ਅਟਾਰਨੀ ਹੈ ਜਿਹੜੀ ਕਿ ਸਪੈਸ਼ਲ ਪਰਪਜ਼ ਵਾਸਤੇ ਹੁੰਦੀ ਹੈ। ਜਿੰਨਾ ਬੰਦਿਆਂ ਨੂੰ ਕਾਨੂੰਨ ਦੀ ਜਾਣਕਾਰੀ ਹੈ ਉਹ ਜਦੋਂ ਕਿਸੇ ਨੂੰ ਪਾਵਰ ਆਫ ਅਟਾਰਨੀ ਦਿੰਦੇ ਹੈ ਇਹ ਦੋਹਾਂ ਤੋਂ ਫਰਕ ਕਰਕੇ ਦਿੰਦੇ ਹੈ। ਕੋਈ ਬੰਦਾ ਕਿਸੇ ਦੀ ਉਹ ਕਹਿੰਦਾ ਕਿ ਹਾਂ ਮੁਕੱਦਮੇਬਾਜ਼ੀ ਕਰ ਸਕਦਾ, ਉਹ ਕਹਿੰਦਾ ਜੀ ਇਹ ਮੇਰੀ ਥਾਂ ਤੇ ਕੇਸ ਫਾਈਲ ਕਰ ਸਕਦਾ, ਇਹ ਮੇਰੀ ਥਾਂ ਤੇ ਕੇਸ ਵਿਦਡਰਾ ਕਰ ਸਕਦਾ, ਇਹ ਮੇਰੀ ਥਾਂ ਤੇ ਇਸ ਜ਼ਮੀਨ ਬਾਰੇ ਕੋਈ ਹੋਰ ਕਾਰਵਾਈ ਹੈਗੀ ਹੈ ਉਹ ਕਰ ਸਕਦਾ, ਪਰ ਨਾਲ ਇਸ ਦੇ ਕੋਲ ਮਾਲਕੀ ਦੇ ਹੱਕ ਨਹੀਂ ਹੋਣਗੇ, ਇਹ ਵੇਚ ਨਹੀਂ ਸਕੇਗਾ, ਕੁਝ ਹੋਰ ਨਹੀਂ ਕਰ ਸਕੇਗਾ। ਇਹ ਮਤਲਬ ਉਹ ਜਿਹੜੇ ਪਰਪਜ਼ ਹੁੰਦੇ ਨੇ ਉਹ ਬਕਾਇਦਾ ਸਪੈਸ਼ਲ ਪਾਵਰ ਆਫ ਅਟਾਰਨੀ ਦਰਜ ਹੁੰਦੇ ਆ, ਜਦਕਿ ਜਨਰਲ ਪਾਵਰ ਆਫ ਅਟਾਰਨੀ 'ਚ ਸਾਰੇ ਹੱਕ ਹੁੰਦੇ ਆ। ਇਹ ਸਾਰੇ ਹੱਕ ਇਸ ਬੰਦੇ ਨੂੰ ਦਿੱਤੇ ਜਾਂਦੇ ਨੇ। ਇਹ ਕਿਰਾਏ ਤੇ ਵੀ ਚੜਾ ਸਕਦਾ, ਇਹ ਵੇਚ ਵੀ ਸਕਦਾ, ਇਹ ਰਜਿਸਟਰੀ ਵੀ ਕਰਾ ਸਕਦਾ, ਇਸ ਤਰ੍ਹਾਂ ਦੀ ਚੀਜ਼ ਆ। ਸੋ ਆਮ ਤੌਰ ਤੇ ਸਿਆਣੇ ਬੰਦੇ ਜਿਹੜੇ ਨੇ, ਕਿਉਂਕਿ ਜਿਨ੍ਹਾਂ ਨੂੰ ਕਾਨੂੰਨ ਦੀ ਜਾਣਕਾਰੀ ਹੁੰਦੀ ਹੈ, ਉਹ ਇਹਦੇ 'ਚ ਫਰਕ ਕਰਕੇ ਫਿਰ ਜੇ ਕਿਸੇ ਬੰਦੇ ਨੂੰ ਕੋਈ ਰਾਈਟ ਦੇਣੇ ਆ ਤਾਂ ਉਹਨੂੰ ਸਪੈਸ਼ਲ ਪਾਵਰ ਆਫ ਅਟਾਰਨੀ ਦਿੰਦੇ ਆ, ਜਨਰਲ ਪਾਵਰ ਆਫ ਅਟਾਰਨੀ ਨਹੀਂ ਦਿੰਦੇ ਜਦ ਤੱਕ ਕਿ ਬਹੁਤ ਹੀ ਪੱਕਾ ਵਿਸ਼ਵਾਸ ਨਾ ਹੋ। ਜੀ ਪਵਾਰ ਸਾਹਿਬ, ਪਹਿਲਾਂ ਸਾਡੇ ਕਾਲਰ ਨੇ ਉਹਨਾਂ ਦੀ ਗੱਲ ਸੁਣਦੇ ਆ ਜੀ। ਤੁਸੀਂ ਔਨ 에ਅਰ ਹੋ ਇਸ ਵੇਲੇ, ਕੀ ਕਹਿਣਾ ਚਾਹੋਗੇ? ਹਾਂਜੀ ਬਸੋਤਾ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਬਸੋਤਾ ਜੀ, ਮੇਰਾ ਸ਼ਾਇਦ ਪਾਵਰ ਅਟਾਰਨੀ ਥੋੜ੍ਹਾ ਜਿਹਾ ਟੌਪਿਕ ਥੋੜ੍ਹਾ ਡਿਫਰੈਂਟ ਹੋ ਸਕਦਾ ਜੀ। ਮੈਂ ਇੱਕ ਜਾਣਕਾਰੀ ਲੈਣੀ ਸੀ ਜੀ ਵੀ ਮੇਰੀ ਜੀ ਕੋਈ ਪ੍ਰਾਪਰਟੀ ਜ਼ਮੀਨ ਆ, ਮੇਰੇ ਦਾਦਾ ਜੀ ਜਿਉਂਦੇ ਜੀ ਮੇਰੇ ਨਾਂ ਕਰਕੇ ਗਏ ਆ ਰਜਿਸਟਰੀ, ਤਬਦੀਲ ਮਲਕੀਅਤ ਕਹਿੰਦੇ ਨੇ ਜਿਹਨੂੰ ਜੀ। ਤਬਦੀਲ ਮਲਕੀਅਤ ਨੂੰ ਕੀ ਉਸ ਤੋਂ ਬਾਅਦ ਕੌਣ ਤੜਵਾ ਸਕਦਾ? ਕੋਈ ਭੂਆ ਜਾਂ ਕੋਈ ਹੋਰ ਰਿਸ਼ਤੇਦਾਰ ਤੜਵਾ ਸਕਦਾ ਜੀ ਉਹਨੂੰ? ਜਿਹੜੀ ਤੁਹਾਡੇ ਦਾਦਾ ਜੀ ਦੀ ਪ੍ਰਾਪਰਟੀ ਹੈਗੀ ਹੈ, ਜੇ ਉਹ ਤੁਹਾਡੇ ਨਾਲ ਵਿਲ ਕਰ ਗਏ ਜੀ, ਹਾਂਜੀ, ਤਾਂ ਉਹ ਵਿਲ ਤੁਹਾਡੇ ਨਾਂ ਰਹੇਗੀ। ਜੇ ਉਹ ਪਾਵਰ ਆਫ ਅਟਾਰਨੀ ਕਰਕੇ ਗਏ ਨੇ ਤੇ ਪਾਵਰ ਆਫ ਅਟਾਰਨੀ ਜਿਹੜਾ ਬੰਦਾ ਕਰਦਾ ਹੈਗਾ ਉਹਦੀ ਡੈਥ ਨਾਲ ਉਹ ਪਾਵਰ ਆਫ ਅਟਾਰਨੀ ਖਤਮ ਹੋ ਜਾਂਦੀ ਹੈ। ਹੁਣ ਮੈਨੂੰ ਇਹ ਦੱਸੋ ਕਿ ਤੁਹਾਡੇ ਨਾਂ ਤੇ ਬਿੱਲ ਲੈ ਕੇ ਪਾਵਰ ਆਫ ਅਟਾਰਨੀ ਹੈ? ਰਜਿਸਟਰੀ ਕਰਾਈ ਹੋਈ ਜੀ, ਤਬਦੀਲ ਮਲਕੀਅਤ ਹੋਈ ਹੈ ਜੀ ਬੈਂਕ ਤੋਂ, ਉਸ ਤੋਂ ਬਾਅਦ ਮੈਂ ਲੋਨ ਵੀ ਲੈਤਾ ਉਹਦੇ। ਰਜਿਸਟਰੀ ਕਰਾਈ ਹੋਈ ਹੈ ਤਾਂ ਉਹ ਚੀਜ਼ ਤੁਹਾਡੇ ਨਾਂ ਤੇ ਰਹੇਗੀ,
ਉਹਨੂੰ ਤੁਹਾਡੀ ਦਾਦੀ ਜਾਂ ਕੋਈ ਹੋਰ ਬੰਦਾ ਚੇਂਜ ਨਹੀਂ ਕਰ ਸਕਦਾ। ਜਿਹੜੀ ਚੀਜ਼ ਤੁਹਾਡੇ ਦੇ ਜੇ ਉਹਨਾਂ ਦੀ ਮਾਲਕੀ ਸੀ, ਉਹਨਾਂ ਨੇ ਆਪਣੀ ਮਾਲਕੀ ਦੀ ਰਜਿਸਟਰੀ ਤੁਹਾਡੇ ਨਾਲ ਟ੍ਰਾਂਸਫਰ ਕਰਾਤੀ ਹੈ ਤਾਂ ਉਹ ਤੁਹਾਡੇ ਨਾਲ ਹੀ ਰਹੇਗੀ, ਤੁਹਾਡੇ ਨਾਲ ਰਹੇਗੀ, ਉਹਨਾਂ ਉਹਨੂੰ ਉਹ ਤੁੜਾ ਨਹੀਂ ਸਕਦੇ। ਜੀ ਮਿਹਰਬਾਨੀ। ਸੋ ਪਵਾਰ ਸਾਹਿਬ, ਜਿਸ ਤਰ੍ਹਾਂ ਹੁਣੇ ਕਾਲਰ ਨੇ ਗੱਲ ਕੀਤੀ ਸੀ, ਕੱਚੀ ਤੇ ਪੱਕੀ ਵਸੀਅਤ ਕੀ ਹੁੰਦੀ ਹੈ, ਇਹ ਵੀ ਦੱਸਿਓ ਸਾਨੂੰ ਜਰਾ। ਵਸੀਅਤ ਹੁੰਦੀ ਹੈ ਕਿ ਜਿਹੜਾ ਕੋਈ ਬੰਦਾ ਆਪਣੇ ਜਿਉਂਦੇ ਜੀ ਉਹ ਚਾਹੁੰਦਾ ਕਿ ਵੀ ਆਹ ਜਿਹੜੀ ਮੇਰੀ ਜਾਇਦਾਦ ਹੈ, ਮੇਰਾ ਜੋ ਵੀ ਕੁਛ ਹੈ, ਇਹ ਮੈਂ ਕਿਸ ਨੂੰ ਦੇਣਾ, ਉਸ ਚੀਜ਼ ਨੂੰ ਫਿਰ ਉਹ ਲਿਖਤੀ ਰੂਪ ਵਿੱਚ ਤਿਆਰ ਕਰਕੇ ਤੇ ਉਹ ਬੰਦੇ ਦੇ ਹੱਕ ਵਿੱਚ ਲਿਖ ਦਿੰਦਾ ਹੈ। ਜਿਹੜੀ ਕੱਚੀ ਵਸੀਅਤ ਹੋਏਗੀ ਇਹ ਸਿੰਪਲ ਕਾਗਜ਼ ਤੇ ਹੋਏਗੀ, ਇਸ 'ਚ ਕੋਈ ਵਿਟਨੈਸ ਵੀ ਹੋ ਸਕਦਾ, ਵਿਟਨੈਸ ਨਹੀਂ ਵੀ ਹੋ ਸਕਦਾ। ਤੁਸੀਂ ਚਿੱਟੇ ਕਾਗਜ਼ ਦੇ ਉੱਤੇ, ਸਿੰਪਲ ਕਾਗਜ਼ ਤੇ ਜਾਂ ਕਿਸੇ ਪੇਜ ਦੇ ਉੱਤੇ ਕੋਈ ਚੀਜ਼ ਕਿਸੇ ਦੇ ਹੱਕ 'ਚ ਲਿਖ ਦਿੰਦੇ ਹੋ ਕਿ ਉਸ ਚੀਜ਼ ਨੂੰ ਤੁਸੀਂ ਕਿਤੇ ਰਜਿਸਟਰ ਨਹੀਂ ਕਰਾਉਂਦੇ ਜਾਂ ਉਹਦੀ ਕੋਈ ਹੋਰ ਕੋਈ ਚੀਜ਼ ਉਹਨੂੰ ਜਿਵੇਂ ਸਰਕਾਰੀ ਤੌਰ ਤੇ ਉਸ ਤੇ ਮੋਹਰ ਨਹੀਂ ਲੱਗਦੀ, ਇਹ ਕੱਚੀ ਵਸੀਅਤ ਹੈ। ਜੀ ਪਾਰਸ ਸਾਡੇ ਜਿਹੜੀ ਪੱਕੀ ਵਸੀਅਤ ਹੈ, ਜੀ ਪੱਕੀ ਵਸੀਅਤ ਜਿਹੜੀ ਹੁੰਦੀ ਹੈ ਉਹ ਤੁਸੀਂ ਪੱਕੀ ਵਸੀਅਤ ਤੁਸੀਂ ਬਕਾਇਦਾ ਸਕੈਨ ਪੇਪਰ ਤੇ ਲਿਖਦੇ ਹੋ। ਸਕੈਨ ਪੇਪਰ ਤੇ ਲਿਖ ਕੇ ਉਸ ਤੇ ਵਿਟਨੈਸ ਹੁੰਦੇ ਹੈ, 2 ਬੰਦੇ ਵਿਟਨੈਸ ਹੋ ਜਾਣਗੇ, ਜਿਹੜਾ ਲਿਖਣ ਵਾਲਾ ਹੈਗਾ ਉਸ ਤੇ ਦਸਤਖਤ ਹੋ ਜਾਣਗੇ, ਪੂਰੀ ਡਿਟੇਲ ਪ੍ਰਾਪਰਟੀ ਦੀ ਹੋ ਜਾਏਗੀ। ਫਿਰ ਉਹ ਬੰਦਾ ਜਿਹੜਾ ਹੈਗਾ ਜਿਹਦੀ ਆਪਣੀ ਵਸੀਅਤ ਦਿੱਤੀ ਹੈ ਉਹ ਤਹਿਸੀਲ ਜਿਹੜਾ ਰਜਿਸਟ੍ਰੇਸ਼ਨ ਆਫਿਸ ਹੈ ਪੰਜਾਬ, ਜੇ ਇੱਧਰ ਹੈ ਤਾਂ ਤਹਿਸੀਲਦਾਰ ਦੇ ਦਫ਼ਤਰ ਜਾਏਗਾ, ਉਹ ਕਹੇਗਾ ਜੀ ਆਹ ਮੇਰੀ ਵਸੀਅਤ ਹੈ, ਇਹ ਮੈਂ ਆਪਣੀ ਵਸੀਅਤ ਉਸ ਬੰਦੇ ਦੇ ਹੱਕ 'ਚ ਲਿਖ ਦਿੱਤੀ ਹੈ, ਇਹਨੂੰ ਰਜਿਸਟਰ ਕੀਤਾ ਜਾਵੇ। ਫਿਰ ਉੱਥੇ ਬਕਾਇਦਾ ਉੱਥੇ ਕੁਝ ਫੀਸ ਜਮ੍ਹਾਂ ਕਰਾ ਕੇ ਤਹਿਸੀਲਦਾਰ ਦੇ ਦਸਤਖਤ ਹੋਣਗੇ ਔਰ ਜਿਹੜਾ ਬੰਦਾ ਵਸੀਅਤ ਦੇਣ ਵਾਲਾ ਹੈਗਾ ਉਸ ਦੀ ਫੋਟੋ ਹੋਏਗੀ, ਜਿਹੜੇ ਬੰਦੇ ਗਵਾਹ ਨੇ ਉਸ ਦੀ ਫੋਟੋ ਹੋਏਗੀ, ਤਹਿਸੀਲਦਾਰ ਨਾਲ ਬੈਠਾ ਹੋਏਗਾ। ਜਿਹੜੀ ਰਜਿਸਟਰਡ ਪੱਕੀ ਵਸੀਅਤ ਹੈ ਇਸ ਦੀ ਆਥੈਂਟਿਸਿਟੀ ਬਹੁਤ ਜ਼ਿਆਦਾ, ਇਹ ਕਾਨੂੰਨੀ ਤੌਰ ਤੇ ਪੂਰੇ ਤੌਰ ਤੇ ਐਕਸੈਪਟੇਬਲ ਹੈ। ਪਰ ਜਿਹੜੀ ਕੱਚੀ ਵਸੀਅਤ ਹੈਗੀ ਉਸ ਵਿੱਚ ਜਿਹੜਾ ਦੂਸਰੇ ਬੰਦੇ ਦੇ ਹੱਕਦਾਰ ਉਹ ਉਸ ਤੇ ਕੁਐਸਚਨ ਕਰ ਸਕਦੇ ਜੀ, ਇਹ ਪਤਾ ਨਹੀਂ ਉਹਦੀ ਲਿਖਾਈ ਹੈ। ਜੀ ਸਾਡੇ ਕਾਲਰ ਨੇ ਜੀ, ਸਾਡੇ ਕਾਲਰ ਨੇ ਗੁਰਸ਼ਰਨਜੀਤ ਸਿੰਘ ਜੀ, ਤੁਸੀਂ ਆਨ 에ਅਰ ਹੋ ਗੁਰਸ਼ਰਨਜੀਤ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਮੈਂ ਐਡਵੋਕੇਟ ਸਾਹਿਬ ਨੂੰ ਇੱਕ ਸਵਾਲ ਇਹ ਕਰਨਾ ਚਾਹੁੰਦਾ ਕਿ ਜਿਵੇਂ ਮੇਰੀ ਤੇ ਮੇਰੀ ਵਾਈਫ ਦੇ ਨਾਂ ਤੇ ਨਾ ਇੱਕ ਉੱਥੇ ਪ੍ਰਾਪਰਟੀ ਹੈ ਤੇ ਉਹ ਮੇਰੀ ਵਾਈਫ ਕਿਸੇ ਕਾਰਨ ਸਿਹਤ ਕਰਕੇ ਉਹ ਨਹੀਂ ਜਾ ਸਕਦੀ ਉੱਥੇ, ਤੇ ਉਹ ਜੇ ਮੈਨੂੰ ਪਾਵਰ ਆਫ ਅਟਾਰਨੀ ਮੈਨੂੰ ਦੇ ਦਿੰਦੀ, ਉਹ ਸਾਡੇ ਦੋਨਾਂ ਦੇ ਨਾਮ ਤੇ ਹੈ, ਕਾਮਨ ਹੈ, ਜੇ ਉਹ ਮੈਨੂੰ ਪਾਵਰ ਆਫ ਅਟਾਰਨੀ ਦੇ ਦਿੰਦੀ ਹੈ ਤਾਂ ਕੀ ਉਹਦੇ ਕੋਈ ਦਿਨ ਨਿਸ਼ਚਿਤ ਨੇ ਕਿ ਇੰਨੇ ਦਿਨ ਲਈ ਹੀ ਸਿਰਫ ਉਹ ਵੈਲਿਡ ਹੁੰਦੀ ਹੈ ਜੀ? ਜੀ ਬਹੁਤ ਵਧੀਆ ਸਵਾਲ ਹੈ। ਨਹੀਂ, ਉਹ ਪਾਵਰ ਆਫ ਅਟਾਰਨੀ ਵੈਲਿਡਿਟੀ ਪਾਵਰ ਆਫ ਅਟਾਰਨੀ ਦੀ ਕੋਈ ਨਹੀਂ। ਪਾਵਰ ਆਫ ਅਟਾਰਨੀ ਵੈਲਿਡ ਹੈ ਐਜ਼ ਲੌਂਗ ਐਜ਼ ਦੀ ਪਰਸਨ ਲਿਵ। ਜਿੰਨੀ ਦੇਰ ਤੱਕ ਪਾਵਰ ਆਫ ਅਟਾਰਨੀ ਦੇਣ ਵਾਲਾ ਰਹਿੰਦਾ ਹੈ ਉਨੀ ਦੇਰ ਤੱਕ ਉਹ ਪਾਵਰ ਆਫ ਅਟਾਰਨੀ ਵੈਲਿਡ ਰਹਿੰਦੀ ਹੈ। ਪਰ ਕਿਉਂਕਿ ਉਹ ਬਾਹਰ ਨਹੀਂ ਤੇ ਪਾਵਰ ਆਫ ਅਟਾਰਨੀ ਇੰਡੀਆ 'ਚ ਵਰਤੀ ਜਾਣੀ ਹੈ, ਤੇ ਜਦੋਂ ਪਾਵਰ ਆਫ ਅਟਾਰਨੀ ਇੰਡੀਆ ਪਹੁੰਚੇਗੀ, ਭਾਵੇਂ ਬਾਈ ਪੋਸਟ ਪਹੁੰਚੇ ਭਾਵੇਂ ਕਿਸ ਪਹੁੰਚੇ, ਉਹ ਫਿਰ ਉਸ ਜ਼ਿਲ੍ਹੇ ਦੇ ਜਿੱਥੇ ਉਹ ਪ੍ਰਾਪਰਟੀ ਹੈਗੀ ਹੈ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਵਿੱਚ ਉਸ ਤੇ ਐਮਬੋਸਿੰਗ ਹੋਏਗੀ। ਐਮਬੋਸਿੰਗ ਮਤਲਬ ਮੋਹਰ ਲੱਗਦੀ ਹੈ ਜੀ, ਔਰ ਉਹ ਮੋਹਰ ਜਿਹੜੀ ਹੈਗੀ ਉਹ 3 ਮਹੀਨਿਆਂ ਦੇ ਵਿੱਚ ਲੱਗਣੀ ਹੁੰਦੀ ਹੈ, ਤੇ 3 ਮਹੀਨਿਆਂ ਦੇ ਵਿੱਚ ਮੋਹਰ ਲੱਗ ਜਾਂਦੀ ਹੈ ਉਹ ਫਿਰ ਉਹ ਜਿਹੜੀ ਪਾਵਰ ਆਫ ਅਟਾਰਨੀ ਹੈ ਉਹ ਵੈਲਿਡ ਹੈ ਫॉर ਆਲ ਟਾਈਮਸ ਟੂ ਕਮ, ਜਦ ਤੱਕ ਉਹ ਪਾਵਰ ਆਫ ਅਟਾਰਨੀ ਤੜਾਈ ਨਹੀਂ ਜਾਂਦੀ। ਜੀ ਪਵਾਰ ਸਾਹਿਬ ਨੈਕਸਟ ਕਾਲ ਨਾਲ ਗੱਲ ਕਰਦੇ ਹਾਂ। ਹਾਂਜੀ, ਮੇਰੇ ਫਾਦਰ ਸਾਹਿਬ ਦੀ ਜੀ 4 ਸਾਲ ਪਹਿਲਾਂ ਡੈਥ ਹੋ ਗਈ। ਉਹਨਾਂ ਦਾ ਕੋਈ ਕਾਮਨ ਫਰੈਂਡ ਸੀਗਾ, ਉਹਨੇ ਉਹਨਾਂ ਦੇ ਡਾਕੂਮੈਂਟ ਵਗੈਰਾ ਜਿਸ ਤਰ੍ਹਾਂ ਉਹਦੇ ਕੋਲ ਹੋਣਗੇ ਜਾਂ ਜੀ, ਤੇ ਉਹਨਾਂ ਦੇ ਚੈੱਕ ਆ ਉਹਨਾਂ ਕੋਲ, ਤੇ ਉਹ ਮੈਨੂੰ ਬਲੈਕਮੇਲ ਕਰ ਰਿਹਾ ਚੈੱਕਾਂ ਨਾਲ ਪੈਸਿਆਂ ਦੇ ਲਈ ਜੀ, ਵੀ ਜੋ ਉਹਦਾ ਹਿਸਾਬ ਕਿਤਾਬ ਸੀ ਉਹ ਬੰਦੇ ਦਾ ਕੋਈ ਉਹ ਹੋ ਗਿਆ ਸੀਗਾ ਕਲੀਅਰ। ਬਟ ਉਹ ਫਾਦਰ ਸਾਹਿਬ ਦੀ ਡੈਥ ਤੋਂ ਬਾਅਦ ਉਹਦੇ ਫਾਦਰ ਸਾਹਿਬ ਦੇ ਚੈੱਕ ਆ ਉਹਦੇ ਕੋਲ, ਕੀ ਉਹ ਮੇਰੇ ਤੇ ਕੁਛ ਐਕਸ਼ਨ ਲੈ ਸਕਦਾ ਜਾਂ ਨਹੀਂ? ਜੇ ਮੈਂ ਕੈਨੇਡਾ ਦੇ ਵਿੱਚ ਹਾਂ ਤੇ ਬਟ ਇੰਡੀਆ ਉਹਦੇ ਕੋਲ ਚੈੱਕ ਹੋਣਗੇ ਜੀ। ਜੀ ਪਵਾਰ ਸਾਹਿਬ ਨਹੀਂ, ਤੁਸੀਂ ਕੈਨੇਡਾ ਵਿੱਚ ਹੈ ਚੈੱਕ ਜਿਹੜੇ ਨੇ ਚੈੱਕ ਦੀ ਵੀ ਇੱਕ ਵੈਲਿਡਿਟੀ ਹੁੰਦੀ ਹੈ। ਨਹੀਂ, ਉਹਦੇ ਡੇਟ ਜਿਹੜਾ ਹੈਗਾ ਡੇਟ ਪਾਈ ਨਹੀਂ ਹੋਈ। ਨਹੀਂ, ਉਹ ਚੈੱਕ ਬੁੱਕਾਂ ਹੀ ਆ ਨਾ, ਜਦੋਂ ਸਾਰੀ ਜਿਵੇਂ ਆਫਿਸ ਦੇ ਵਿੱਚ ਇਕੱਠੇ ਕੰਮ ਕਰਦੇ ਉਹ ਸਾਰਾ ਸਮਾਨ ਹੀ ਉਹਦੇ ਕੋਲ ਜੀ। ਨਹੀਂ, ਉਹ ਤੁਹਾਡੇ ਤੇ ਉਹ ਜਿਹੜਾ ਗੱਲੀ ਬਾਤੀ ਤੋਂ ਤੁਹਾਨੂੰ ਕਰ ਸਕਦਾ, ਪਰ ਤੁਸੀਂ ਉਸ ਦੇ ਵਿੱਚ ਇੱਕ ਨੋਟਿਸ ਕੱਢ ਦਿਓ ਕਿ ਇਹ ਚੈੱਕ ਮੇਰੇ ਪਿਤਾ ਜੀ ਨੇ ਦਿੱਤੇ ਸੀਗੇ, ਇਹਨੇ ਕੁਝ ਮਿਸਟੀਰੀਅਸ ਸਰਕਮਸਟਾਂਸ ਦੇ ਵਿੱਚ ਚੈੱਕ ਇਸ਼ੂ ਕੀਤੇ, ਇਹਨੇ ਇਸਤੇਮਾਲ ਕਰ ਰਿਹਾ, ਤੇ ਮੈਂ ਇਹਨਾਂ ਚੈੱਕਾਂ ਦਾ ਕੋਈ ਜ਼ਿੰਮੇਵਾਰ ਨਹੀਂ ਹੈ। ਜੋ ਤੁਹਾਡੇ ਚੋਰੀ ਦੀ ਕੰਪਲੇਂਟ ਪਾਈ ਹੋਈ ਹੈ, ਡਾਕੂਮੈਂਟ ਚੋਰੀ ਹੋਏ ਹੋਏ ਨੇ ਜੋ ਪਾਈ ਹੋਈ ਹੈ ਜੀ। ਇਹ ਕਹਿੰਦੇ ਚੋਰੀ ਦੀ ਕੰਪਲੇਂਟ ਪਾਈ ਹੋਈ ਹੈ ਮੈਂ ਆਲਰੇਡੀ। ਚੋਰੀ ਦੀ ਕੰਪਲੇਂਟ ਪਾਈ ਹੈ, ਤੁਸੀਂ ਚੰਗਾ ਕੀਤਾ। ਚੋਰੀ ਦੀ ਕੰਪਲੇਂਟ ਤੇ ਬਣਿਆ ਕੀ ਹੈ ਫਿਰ?
ਕੁਛ ਐਕਸ਼ਨ ਨਹੀਂ ਹੋਇਆ। Action ਮੈਂ ਨਹੀਂ ਹੋਇਆ ਡੀਜੀਪੀ ਸਾਹਿਬ ਨੇ ਇੱਥੇ ਬੈਠੀ ਡੀਜੀਪੀ ਸਾਹਿਬ ਨੂੰ ਈਮੇਲ ਕੀਤੀ ਸੀ, ਐਸਐਸਪੀ ਸਾਹਿਬ ਜਿਹੜੇ ਮੇਰੇ ਜ਼ਿਲ੍ਹੇ ਦੇ ਸੀ, ਬਟ ਉਹਨਾਂ ਦੀ ਰਿਟਰਨ ਨਹੀਂ ਆਈ ਵੀ ਆਹ FIR ਨੰਬਰ ਦੀਆਂ ਬਸ ਈਮੇਲ ਆ, ਹੋਰ ਕੁਛ ਨਹੀਂ। 3-4 ਸਾਲ ਹੋ ਗਏ, ਕੁਛ ਨਹੀਂ ਆਇਆ ਜੀ ਵਾਪਸ, ਕੋਈ ਐਕਸ਼ਨ ਨਹੀਂ। ਉਹ ਕੁਛ ਨਹੀਂ, ਉਸ ਨੂੰ ਟਾਈਮ ਟੂ ਟਾਈਮ ਰਿਨਿਊ ਕਰ ਦਿਓ। ਇੱਕ ਈਮੇਲ ਹੋਰ ਪਾ ਦਿਓ, DGP ਨੂੰ ਪਾ ਦਿਓ, SSP ਨੂੰ ਵੀ ਪਾ ਦਿਓ। ਉਸੇ ਬੰਦੇ ਦੇ ਜੀ ਮੇਰੇ ਕੋਲ ਖਾਲੀ ਪ੍ਰਨੋਟ ਤੇ ਖਾਲੀ ਮੇਰੇ ਕੋਲ ਚੈੱਕ ਪਏ ਨੇ ਉਸੇ ਬੰਦੇ ਦੇ, ਮੈਂ ਉਹ ਤੇ ਐਕਸ਼ਨ ਲੈ ਸਕਦਾ। ਖਾਲੀ ਪ੍ਰਨੋਟ ਸਾਈਨ ਹੋਏ ਵੇ ਤੇ ਕੋਈ ਡੇਟ ਨਹੀਂ, ਤੇ ਤੁਸੀਂ ਇਹ ਬੰਦਾ ਜਿਹੜਾ ਹੈਗਾ, ਹਾਂ ਤੁਸੀਂ ਐਕਸ਼ਨ ਲੈ ਸਕਦੇ ਹੋ। ਤੁਸੀਂ ਕਹੋ ਵੀ ਇਹ ਬੰਦਾ ਫਰਾਡ ਹੈਗਾ, ਇਹ ਮੈਨੂੰ ਬਲੈਕਮੇਲ ਕਰਦਾ ਹੈਗਾ, ਇਹ ਮੇਰੇ ਚੈੱਕ ਇਸਤੇਮਾਲ ਕਰਦੇ ਤਾਂ ਮੇਰੇ ਮੈਨੂੰ ਵੀ ਦਿੱਤੇ ਹੋਏ ਆ। ਉਹ ਕਾਰੋਬਾਰ ਮੇਰੇ ਪਿਤਾ ਜੀ ਨਾਲ ਸਾਂਝ ਸੀਗੀ, ਹੁਣ ਜਦੋਂ ਉਹਨਾਂ ਦੀ ਡੈਥ ਤੋਂ ਬਾਅਦ ਸਾਡੀ ਕੋਈ ਸਾਂਝ ਨਹੀਂ, ਸਾਡਾ ਕੋਈ ਕਾਰੋਬਾਰ ਨਹੀਂ, ਤੇ ਮੈਂ ਇਹਨਾਂ ਦੀ ਕਿਸੇ ਚੀਜ਼ ਦਾ ਜ਼ਿੰਮੇਵਾਰ ਨਹੀਂ ਜੀ। ਮਿਹਰਬਾਨੀ ਵੀਰ ਜੀ ਸ਼ਾਮਲ ਹੋਣ ਲਈ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀਗਾ ਜੀ, ਇੱਕ ਬਿਆਨਾ ਕੀਤਾ ਸੀਗਾ ਜੀ ਪਾਪਾ ਜੀ ਉਹਨਾਂ ਨੇ ਇੰਡੀਆ, ਉਹਦੀ ਵੈਲਿਡਿਟੀ ਸੀਗੀ 3 ਮਹੀਨੇ ਦਾ ਟਾਈਮ ਪਾਇਆ ਸੀ ਰਜਿਸਟਰੀ ਕਰਾਉਣ ਲਈ। ਉਹ ਰਜਿਸਟਰੀ ਕਰਾਉਣ ਆਏ ਨੀਗੇ, ਜਿਹੜੇ ਆਪਾਂ ਪੈਸੇ ਉਹਨਾਂ ਤੋਂ ਲਏ ਆ ਉਹ ਹੁਣ ਆਪਾਂ ਨੂੰ ਬੈਕ ਤਾਂ ਨਹੀਂ ਮੋੜਨੇ ਹੁੰਦੇ ਜੀ। ਉਹਦਾ ਕੀ ਹੁੰਦਾ ਵੀ 3 ਸਾਲ ਤੱਕ ਜਦੋਂ ਮਰਜ਼ੀ ਆਦਾ ਤੇ ਰਜਿਸਟਰੀ ਕਰਾਉਣ, ਇਹ ਪੁੱਛਣਾ ਸੀਗਾ ਜੀ। ਜੀ ਇਹਨਾਂ ਦੇ ਪਿਤਾ ਜੀ ਤਹਿਸੀਲ ਗਏ ਸੀਗੇ ਤੇ ਜਾ ਕੇ ਆਪਣੀ ਹਾਜ਼ਰੀ ਲਵਾਈ ਹੋਈ ਹੈ ਤੇ ਦੂਸਰੀ ਪਾਰਟੀ ਨਹੀਂ ਆਈ ਤਾਂ ਇਹਨਾਂ ਦਾ ਕੋਈ ਜ਼ਿੰਮਾ ਨਹੀਂ ਹੈ। ਠੀਕ ਹੈ ਜੀ, ਹਾਜ਼ਰੀ ਲਵਾਈ ਸੀ, ਲੰਬੜਦਾਰ ਸੀ ਤੇ ਪਾਪਾ ਜੀ ਨੇ ਲਵਾਈ ਹੋਈ ਸੀ ਹਾਜ਼ਰੀ। ਹੁਣ ਤਾਂ ਜਾਣੀ 5-7 ਸਾਲ ਹੋ ਗਏ ਤੇ ਉਹ ਦੂਜੀ ਪਾਰਟੀ ਨਹੀਂ ਆਈ ਸੀਗੀ ਜੀ। ਕੋਈ ਜੇ ਦੂਸਰੀ ਪਾਰਟੀ ਨਹੀਂ ਆਈ ਸੀ ਤੇ ਤੁਹਾਡੇ ਪਾਪਾ ਦੀ ਜ਼ਿੰਮੇਵਾਰੀ ਖਤਮ ਹੈ। ਤੁਸੀਂ ਪੈਸੇ ਨਹੀਂ ਮੋੜਦੇ ਉਹਨਾਂ ਨੂੰ, ਕਿਉਂਕਿ ਕਸੂਰ ਉਹਨਾਂ ਦਾ ਹੈ, ਉਹ ਉੱਥੇ ਹਾਜ਼ਰ ਨਹੀਂ ਹੋਏ। ਉਹ ਹਾਜ਼ਰ ਨਹੀਂ ਹੋਏ, ਇਹਦਾ ਮਤਲਬ ਇਹ ਹੈ ਕਿ ਉਹਨਾਂ ਕੋਲੇ ਜਾਂ ਪੈਸੇ ਨਹੀਂ ਸੀ ਪੂਰੇ, ਜਾਂ ਉਹਨਾਂ ਦੇ ਮਨ 'ਚ ਕੁਝ ਹੋਰ ਸੀ। ਪਰ ਜੇ ਤੁਹਾਡੇ ਪਿਤਾ ਜੀ ਦੀ ਤਹਿਸੀਲ ਦੇ ਵਿੱਚ ਹਾਜ਼ਰੀ ਲੱਗੀ ਹੈ ਉੱਥੇ ਸਾਰਾ ਤਹਿਸੀਲਦਾਰ ਦੇ ਸਾਹਮਣੇ ਦਫ਼ਤਰ ਦੇ ਰਜਿਸਟਰ ਵਿੱਚ, ਇਹਦਾ ਮਤਲਬ ਇਹ ਹੈ ਕਿ ਤੁਹਾਡੇ ਪਿਤਾ ਜੀ ਤਾਂ ਰਜਿਸਟਰੀ ਕਰਾਉਣ ਗਏ ਸੀ, ਦੂਸਰੀ ਪਾਰਟੀ ਨਹੀਂ ਆਈ, ਤਾਂ ਤੁਹਾਡੀ ਜ਼ਿੰਮੇਵਾਰੀ ਖਤਮ ਹੈ। ਔਰ ਉਸ ਤੋਂ ਬਾਅਦ ਜੇ ਕੋਈ ਕੇਸ ਉਹ ਕਰਦੇ ਤੁਸੀਂ ਉਹਦੇ ਸਾਫ਼ ਕਹਿ ਸਕਦੇ ਹੋ ਕਿ ਅਸੀਂ ਗਏ ਸੀ, ਇਹ ਪਾਰਟੀ ਝੂਠੀ ਹੈ ਜੀ। ਪਾਪਾ ਜੀ ਦੀ ਡੈਥ ਹੋ ਗਈ ਜੀ ਤੇ ਜਾਣੀ ਹੁਣ ਉਹਦਾ ਕਰਤਾ ਧਰਤਾ ਮੈਂ ਹੀ ਆ ਜੀ ਆਫਟਰ ਪਾਪਾ ਜੀ ਡੈਥ ਤੋਂ ਬਾਅਦ ਤਾਂ ਜੀ ਉਹ ਜੇ ਉਹਨਾਂ ਦੀ ਡੈਥ ਹੋ ਗਈ, ਕਰਤਾ ਧਰਤਾ ਤੁਸੀਂ ਹੋ। ਉਹਨਾਂ ਦੀ ਡੈਥ ਦੇ ਨਾਲ ਉਹ ਕਾਗਜ਼ ਖਤਮ ਹੋ ਗਏ। ਜੇ ਉਹਦੇ 'ਚ ਲਿਖਿਆ ਹੋਏਗਾ ਕਿ ਵੀ ਮੇਰੇ ਵਾਰਸ ਇਸ ਚੀਜ਼ ਦੇ ਪਾਬੰਦ ਰਹਿਣਗੇ, ਤੁਸੀਂ ਪਾਬੰਦ ਹੋਵੋਗੇ। ਪਰ ਜੇ ਤੁਸੀਂ ਗਏ ਹੋ, ਤੁਹਾਡੇ ਪਿਤਾ ਜੀ ਗਏ ਨਹੀਂ, ਉਹ ਦੂਸਰੀ ਪਾਰਟੀ ਨਹੀਂ ਆਈ, ਤੇ ਫਿਰ ਤੁਹਾਡੀ ਜ਼ਿੰਮੇਵਾਰੀ ਖਤਮ ਹੈ। ਉਹ ਉਸ ਪਾਰਟੀ ਦੀ ਜ਼ਿੰਮੇਵਾਰੀ ਹੈ। ਤੋਂ ਪੈਸੇ ਵਾਪਸ ਨਹੀਂ ਲੈ ਸਕਦੇ, ਕੋਈ ਕੇਸ ਨਹੀਂ ਕਰ ਸਕਦੇ। ਜੇ ਕੇਸ ਕਰਨਗੇ ਤਾਂ ਉਹਨਾਂ ਦਾ ਕੇਸ ਝੂਠਾ ਪੈ ਜਾਏਗਾ ਜੀ। ਮੇਰਾ ਨਰਿੰਦਰ ਪਵਾਰ ਜੀ ਸਵਾਲ ਹੈ ਕਿ ਹੁਣ ਅਕਸਰ ਕਈ ਵਾਰੀ ਵੇਖਿਆ ਗਿਆ ਹੈ ਕਿ ਵਸੀਅਤ ਕਰ ਦਿੰਦੇ ਨੇ। ਪਹਿਲਾਂ ਤਾਂ ਹੁਣ ਤਾਂ ਰਜਿਸਟਰਡ ਵਸੀਅਤ ਹੋਣ ਲੱਗ ਗਈ ਨਾ, ਉਹ ਫੋਟੋ ਵੀ ਖਿੱਚ ਹੁੰਦੀ ਹੈ, ਗਵਾਹਾਂ ਦੇ ਵੀ ਬਿਆਨ ਹੁੰਦੇ ਹੈ, ਲੰਬੜਦਾਰ ਵੀ ਹੁੰਦਾ ਹੈ। ਲੇਕਿਨ ਪਹਿਲਾਂ ਸੀਗਾ ਕਿ ਵਸੀਅਤ ਬਣਾ ਦਿੰਦੇ ਸੀਗੇ, ਵਸੀਅਤ ਬਣਾਤੀ ਤੇ ਉਹ ਫਿਰ ਜਿਹੜਾ ਉਹ ਜਿਹਨੇ ਵਸੀਅਤ ਬਣਾਈ ਹੁੰਦੀ ਸੀ, ਅਚਾਨਕ ਮੰਨ ਲਓ ਉਹਦੀ ਡੈਥ ਹੋ ਗਈ ਹੈ, ਤੇ ਫਿਰ ਅਜਿਹੀ ਸਥਿਤੀ ਵਿੱਚ ਜਿਹੜੇ ਹੋਰ ਪਰਿਵਾਰ ਦੇ ਮੈਂਬਰ ਹੈ, ਭਰਾ ਹੈ ਜਾਂ ਹੋਰ ਚਾਚੇ ਤਾਏ, ਉਹ ਵੀ ਖੜੇ ਹੋ ਜਾਣੇ ਉਸ ਦੀ ਮੌਤ ਤੋਂ ਬਾਅਦ। ਅਜਿਹੀ ਸਥਿਤੀ ਦੇ ਵਿੱਚ ਕੀ ਉਹ ਜਿਹੜੀ ਵਸੀਅਤ ਬਣਾ ਗਿਆ ਸੀ ਉਹ ਚੈਲੰਜ ਹੋ ਸਕਦੀ ਹੈ? ਵੈਲਿਡਿਟੀ ਤਾਂ ਬਹੁਤ ਅਥੈਂਟਿਕ ਹੁੰਦੀ ਹੈ, ਪਰ ਜੇ ਕੁਝ ਬੰਦੇ ਵਿੱਚੋਂ ਉਹਨਾਂ ਨੇ ਛੱਡ ਦਿੱਤੇ ਨੇ, ਸਪੋਜ਼ ਇੱਕ ਬੰਦੇ ਦੇ 4 ਬੇਟੇ ਨੇ ਤੇ ਉਹਨੇ ਇੱਕੋ ਬੇਟੇ ਨਾਲ ਆਪਣੀ ਵਸੀਅਤ ਕਰ ਦਿੱਤੀ ਹੈ, ਤੇ ਦੂਸਰੇ 3 ਬੇਟੇ ਜਿਹੜੇ ਨੇ, ਜੇ ਉਹਨਾਂ ਨੂੰ ਉਹ ਜਦੋਂ ਚਾਹੁੰਦੇ ਨੇ ਕਿ ਸਾਨੂੰ ਗਲਤ ਤੌਰ ਦੇ ਉੱਤੇ ਉਹਨਾਂ ਨੇ ਛੱਡ ਦਿੱਤਾ ਜਾਂ ਫਰਾਡ ਹੋਇਆ, ਉਹ ਉਸ ਨੂੰ ਚੈਲੰਜ ਤਾਂ ਕਰ ਸਕਦੇ ਨੇ ਕਿ ਵੀ ਇਸ ਵਸੀਅਤ ਕਰਤਾ ਨੇ, ਜਿਹੜਾ ਬੰਦਾ ਜਿਹਦੇ ਹੱਕ 'ਚ ਹੈਗੀ ਹੈ, ਇਹਨੇ ਸਾਡੇ ਫਾਦਰ ਨੂੰ ਅੰਡਰ ਮਿਸਟੀਰੀਅਸ ਸਰਕਮਸਟੈਂਸ ਉਹਨਾਂ ਨੂੰ ਇਨਫਲੂਐਂਸ ਕਰਕੇ ਇਹ ਕਰਕੇ ਕਰਾਈ ਹੈ। ਪਰ ਇਹਦੇ ਵਿੱਚ ਉਹੀ ਕਰ ਸਕਦੇ ਨੇ ਜਿਹੜੇ ਬੰਦੇ ਉਸ ਦੇ ਨਾਲ ਵਾਰਸ, ਉਹਦੇ ਬਰਾਬਰ ਦੇ ਵਾਰਸ ਹੋਣ, ਜਿਵੇਂ ਭਰਾ ਹੋ ਗਿਆ, ਜਿਵੇਂ ਭੈਣ ਹੋ ਗਈ, ਜਿਵੇਂ ਏਕਤਾ ਹੋ ਗਿਆ। ਹੋਰ ਕੋਈ ਤੀਸਰਾ ਬੰਦਾ ਨਹੀਂ ਕਰ ਸਕੇਗਾ। ਜੇ ਵਸੀਅਤ ਕਰਤਾ ਉਹਨਾਂ ਬੰਦਿਆਂ ਨੂੰ ਛੱਡਦਾ, ਆਪਣੇ ਉਸ 2 ਬੱਚਿਆਂ ਦੇ ਹੱਕ 'ਚ ਕਰਦਾ, 3 ਨੂੰ ਛੱਡ ਦਿੰਦਾ, ਉਹ ਵਸੀਅਤ 'ਚ ਮੈਨਸ਼ਨ ਕਰੇਗਾ ਕਿਉਂਕਿ ਇਹਨਾਂ 2 ਪੁੱਤਰਾਂ ਨੇ ਮੇਰੀ ਸੇਵਾ ਬਹੁਤ ਕੀਤੀ ਹੈ, ਮੈਂ ਇਹਦੇ ਨਾਲ ਰਿਹਾ, ਸਭ ਕੁਛ ਹੈ, ਇਹਨਾਂ ਦੀ ਸੇਵਾ ਨੂੰ ਮੰਨਦੇ ਹੋਏ ਮੈਂ ਇਹਨਾਂ ਨੂੰ ਦਿੰਦਾ, ਪਰ ਦੂਜਿਆਂ ਨੂੰ ਮੈਂ ਉਹਨਾਂ ਦਾ ਹੱਕ ਦੇ ਚੁੱਕਿਆ ਹਾਂ, ਇਸ ਕਰਕੇ ਉਹ ਕੋਈ ਹੱਕਦਾਰ ਨਹੀਂ ਹਨ। ਜਾਂ ਉਹ ਮੇਰੀ ਸੇਵਾ ਨਹੀਂ ਕਰਦੇ, ਜਾਂ ਉਹ ਮੈਨੂੰ ਤੰਗ ਕਰਦੇ ਨੇ, ਜਾਂ ਮੈਨੂੰ ਪਰੇਸ਼ਾਨ ਕਰਦੇ ਨੇ, ਫਿਰ ਉਹ ਕੋਈ ਚੈਲੰਜ ਨਹੀਂ। ਔਰ ਇੱਕ ਚੀਜ਼ ਹੋਰ ਮੈਂ ਦੱਸ ਦਿਆਂ,
ਜੇ ਕਿਸ ਬੰਦੇ ਨੇ ਵਸੀਅਤ ਆਪਣੀ ਕਰ ਦਿੱਤੀ ਹੈ ਔਰ ਉਹ ਮਹਿਸੂਸ ਕਰਦਾ ਹੈ ਕਿ ਮੇਰੀ ਵਸੀਅਤ ਗਲਤ ਹੋ ਗਈ, ਉਹ ਆਪਣੀ ਵਸੀਅਤ ਨੂੰ ਤੁੜਾ ਸਕਦਾ ਹੈ। ਜੀ ਕਾਲਰ ਦੀ ਗੱਲ ਸੁਣਦੇ ਆ ਜੀ। ਜੀ ਨਵਤੇਜ, ਮੇਰਾ ਸਵਾਲ ਇਹ ਆ, ਕਹਿੰਦੇ ਵੀ ਅੱਜ ਕੱਲ ਜਿਹੜੀਆਂ ਕੋਠੀਆਂ ਪਾਈਆਂ, ਜੇ ਉਹ ਬੰਦਾ ਮਾਲਕ ਮਰ ਜਾਂਦਾ ਉਹਦੇ 20 ਜਾਣੇ ਪੇਪਰ ਲਿਖੀ ਫਿਰਦੇ ਵੀ ਇਹ ਮੇਰਾ ਮਾਮਾ ਸੀ, ਇਹ ਮੇਰਾ ਚਾਚਾ ਸੀ, ਇਹ ਮੇਰਾ ਤਾਇਆ ਸੀ, ਇਹ ਮੇਰੇ ਨਾਂ ਕਰਾ ਕੇ ਗਿਆ। ਉਹ ਮੈਂ ਇੱਕ ਬੰਦੇ ਨੂੰ ਲੋਇਰ ਨੂੰ ਪੁੱਛਿਆ ਉਹ ਇੰਡੀਆ 'ਚ, ਉਹ ਕਹਿੰਦਾ ਬਈ, ਮੈਂ ਕਿਹਾ ਵੀ ਰੀਜਨਲ ਪੇਪਰ ਵੀ ਉਹ ਕਹਿੰਦਾ ਉਹਨਾਂ ਕੋਲ ਸਾਰਿਆਂ ਕੋਲ ਰੀਜਨਲ ਪੇਪਰ ਵਾ, ਕਹਿੰਦਾ ਕਹਿੰਦਾ ਚੱਕੀ ਫਿਰਦੇ, ਕਹਿੰਦੇ ਉਹ ਰੌਲੇ ਕੋਲੇ 'ਚ ਕਹਿੰਦਾ ਉਹਨਾਂ ਦੀ ਕੋਠੀ ਨਹੀਂ ਹੁੰਦੀ ਜਿੰਨੇ ਕਹਿੰਦਾ ਵਕੀਲਾਂ ਨੂੰ ਖੜਾ ਜਾਂਦੇ ਆ। ਇਹ ਗੱਲ ਸੱਚੀ ਆ? ਜੀ ਪਵਾਰ ਸਾਹਿਬ, ਨਹੀਂ, ਜਿਸ ਬੰਦੇ ਦੀ ਪ੍ਰਾਪਰਟੀ ਹੈਗੀ ਹੈ, ਜੇ ਉਹ ਕਿਸੇ ਨੂੰ ਲਿਖ ਕੇ ਦੇ ਗਿਆ ਤਾਂ ਹੀ ਉਹ ਬੰਦਾ ਉਸ ਨੂੰ ਇਸਤੇਮਾਲ ਕਰੇਗਾ। ਜੇ ਲਿਖ ਕੇ ਨਹੀਂ ਦਿੱਤਾ ਫਿਰ ਕਿਵੇਂ ਇਸਤੇਮਾਲ ਕਰੇਗਾ? ਨਹੀਂ, ਕਈ ਵਾਰੀ ਜੋ ਇਹੋ ਜਿਹੇ ਕਈ ਕੇਸ ਹੋਣੇ ਪਵਾਰ ਸਾਹਿਬ। ਹੁਣ ਮੰਨ ਲਓ ਬੰਦਾ ਸੀਗਾ, ਕੋਠੀ ਦਾ ਮਾਲਕ ਸੀ, ਉਹਦੇ ਤਿੰਨ ਜਾਂ ਚਾਰ ਬੱਚੇ ਸੀਗੇ, ਉਹਨੇ ਵਸੀਅਤ ਨਹੀਂ ਕਰਾਈ ਕਿਸੇ ਦੇ ਨਾਂ, ਤੇ ਫਿਰ ਕੌਣ ਅਸਲੀ ਹੱਕਦਾਰ ਹੋਏਗਾ? ਕਿਉਂਕਿ ਸਾਰੇ ਹੀ ਵਸੀਅਤਾਂ ਜਾਲੀ ਬਣਾ ਕੇ ਚੱਕੀ ਫਿਰ ਰਹੇ ਆ। ਉਹ ਜਿਹੜੀ ਜਾਲੀ ਵਸੀਅਤਾਂ ਚੱਕੀ ਹੋਏ, ਜੇ ਵਸੀਅਤ ਜਾਲੀ ਸਾਬਤ ਹੋ ਜਾਏਗੀ ਤਾਂ ਉਹਨਾਂ ਤੇ ਕੇਸ ਰਜਿਸਟਰ ਹੋਏਗਾ, ਉਹ ਕੈਦ ਹੋਣਗੇ। ਤੇ ਜੇ ਵਸੀਅਤ ਨਹੀਂ ਹੈਗੀ ਤਾਂ ਸਾਰੇ ਜਿੰਨੇ ਉਹਦੇ ਮਤਲਬ ਜਿੰਨੇ ਉਹਦੇ ਬੱਚੇ ਨੇ, ਜਿਹੜੇ ਇਹ ਕੈਟਾਗਰੀ ਹੁੰਦੀ ਨੇ ਵਿਰਾਸਤ ਦੀਆਂ, ਜਿਵੇਂ ਸਭ ਤੋਂ ਪਹਿਲਾਂ ਉਹਦੇ ਬੱਚੇ ਆਉਂਦੇ ਆ, ਧੀਆਂ ਪੁੱਤਰ ਤੇ ਵਾਈਫ ਆਉਂਦੀ ਹੈ, ਤੇ ਉਸ ਤੋਂ ਬਾਅਦ ਬਾਕੀ ਰਿਸ਼ਤੇਦਾਰ ਹੁੰਦੇ ਆ ਜੇ ਨਹੀਂ ਹੈਗੇ। ਤੋ ਜਿਹੜੇ ਜੇ ਵਸੀਅਤ ਨਹੀਂ ਹੈਗੀ ਤੇ ਇਹ ਸਾਰੇ ਬਰਾਬਰ ਦੇ ਹੱਕਦਾਰ ਹੋ ਜਾਂਦੇ ਆ। ਜੀ ਸਾਡੇ ਕਾਲਰ ਨੇ ਜੀ ਲਾਸਟ 4 ਡਿਜਿਟ 1416 ਨੰਬਰ ਜੀ। ਜੀ ਤੁਸੀਂ ਆਨ 에ਅਰ ਹੋ? ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਇੱਕ ਸਵਾਲ ਹੈ, ਜਿੱਦਾਂ ਨਾ ਮੇਰੇ ਮਾਮਾ ਜੀ ਦੀ ਬੇਟੀ ਤੇ ਉਹਨਾਂ ਦੇ ਜਵਾਈ ਤੇ ਮੋਂਟਰੀਅਲ ਰਹਿੰਦੇ ਸੀ, ਤੇ ਉਹਨਾਂ ਦੀ ਦੋਨਾਂ ਦੀ ਡੈਥ ਹੋ ਗਈ। ਉਹਨਾਂ ਦੇ ਬੱਚੇ ਨੇ 2 ਛੋਟੇ, ਇੱਕ 8 ਸਾਲ ਦੀ ਕੁੜੀ ਤੇ 4 ਸਾਲ ਦਾ ਬੇਟਾ, ਹਨਾ। ਹੁਣ ਜਿੱਦਾਂ ਪਿੱਛੇ ਮੰਨ ਲਓ ਜੇਕਰ ਉਹਨਾਂ ਦੇ ਜਾਣੀ ਕਿ ਮੇਰੇ ਦੀਦੀ ਦੇ ਜੇਠ ਪਿੱਛੇ ਨੇ, ਹਨਾ, ਜੇ ਮੰਨ ਲਓ ਸਾਰੀ ਵਸੀਅਤ ਸਿਰਫ ਆਪਣੇ ਨਾਂ ਤੇ ਕਰਾ ਲੈਂਦਾ ਹੈ, ਤੇ ਕੀ ਉਹਨਾਂ ਦੇ ਬੱਚਿਆਂ ਨੂੰ, ਜਿਹੜੇ ਉਹਨਾਂ ਦੇ ਬੱਚੇ ਇੱਥੇ ਰਹਿੰਦੇ ਨੇ, ਉਹਨਾਂ ਨੂੰ ਉਹਨਾਂ ਦਾ ਹੱਕ ਮਿਲ ਸਕਦਾ ਉੱਥੇ ਇੰਡੀਆ 'ਚ? ਜਿਹੜੇ ਬੱਚੇ ਉਹਦੇ ਬੱਚੇ ਨੇ ਉਹਨਾਂ ਨੂੰ ਹੱਕ ਜਿੱਥੇ ਮਰਜ਼ੀ ਦੁਨੀਆ ਦੇ ਕੋਨੇ 'ਚ ਹੋਣ, ਜੇ ਉਹਦੇ ਬੱਚੇ ਨੇ ਉਹਨਾਂ ਨੂੰ ਹੱਕ ਮਿਲੇਗਾ। ਨਹੀਂ, ਜਿੱਦਾਂ ਕਿ ਉਹਨਾਂ ਦੇ ਮਾਤਾ ਪਿਤਾ ਦੀ ਡੈਥ ਹੋ ਗਈ ਹੈ, ਹਨਾ, ਦਾਦਾ ਜੀ ਜਿੱਦਾਂ ਬਿਮਾਰ ਰਹਿੰਦੇ ਨੇ, ਕਿ ਜੇ ਕੱਲ ਨੂੰ ਉਹਨਾਂ ਦੇ ਤਾਇਆ ਜੀ ਸਾਰੀ ਪ੍ਰਾਪਰਟੀ ਜ਼ਮੀਨ ਆਪਣੇ ਨਾਮ ਲਵਾ ਲੇ, ਤੇ ਉਹ ਬੱਚਿਆਂ ਨੂੰ ਉਹਨਾਂ ਦਾ ਹੱਕ ਮਿਲ ਸਕਦਾ? ਬੱਚਿਆਂ ਨੂੰ ਹੱਕ ਮਿਲ ਸਕਦਾ। ਬੱਚੇ ਤਾਏ ਚਾਚਿਆਂ ਨਾਲੋਂ ਨੇੜੇ ਨੇ, ਬੱਚੇ ਉਸ ਦੇ ਬੱਚੇ ਨੇ, ਬੱਚਿਆਂ ਤੋਂ ਬਾਅਦ ਭੈਣ ਭਰਾਵਾਂ ਦਾ ਹੱਕ ਆਉਂਦਾ ਹੈ। ਠੀਕ ਹੈ ਜੀ। ਉਹਦੇ ਬੱਚੇ ਜਿਹੜੇ ਨੇ ਉਹਨਾਂ ਨੂੰ ਉਹਨਾਂ ਦਾ ਹੱਕ ਮਿਲ ਸਕਦਾ, ਚਾਹੇ ਉਹ ਮਾਈਨਰ ਨੇ, ਉਹਨਾਂ ਨੂੰ ਉਹਨਾਂ ਦਾ ਹੱਕ ਮਿਲ ਸਕਦਾ ਹੈ। ਅਗਲੇ ਕਾਲਰ ਨਾਲ ਗੱਲ ਕਰਦੇ ਆ ਜੀ। ਜੀ ਲਾਸਟ 4 ਡਿਜਿਟਸ ਨੇ 9294। ਤੁਸੀਂ ਆਨ 에ਅਰ ਹੋ? ਹਾਂਜੀ, ਸਤਿ ਸ਼੍ਰੀ ਅਕਾਲ ਸਰ। ਮੈਂ ਇਹ ਪੁੱਛਣਾ ਸੀਗਾ ਵੀ ਜਿਵੇਂ ਇੱਕ ਪੇਰੈਂਟਸ ਦੇ 5 ਬੱਚੇ ਆ ਜਾਂ 4 ਆ ਜਾਂ 7 ਆ, ਮੈਂ ਉਹਨਾਂ ਦੇ ਡੈਥ ਤੋਂ ਬਾਅਦ ਵਿੱਚ ਜੇ ਸਾਰੇ ਬਾਹਰ ਰਹਿੰਦੇ ਆ, ਉਹਨਾਂ ਨੂੰ ਸਾਰਿਆਂ ਨੂੰ ਇੱਕੋ ਟਾਈਮ ਤੇ ਉੱਥੇ ਜਾਣਾ ਪੈਂਦਾ ਆਪਣੇ ਨਾਮ ਤੇ ਪ੍ਰਾਪਰਟੀ ਕਰਾਉਣ ਲਈ, ਕਿ ਵੀ ਕਿਸੇ ਹੋਰ ਤਰੀਕੇ ਨਾਲ ਵੀ ਤੁਸੀਂ ਆਪਣੇ ਟਾਈਮ ਤੇ, ਜਿਵੇਂ ਕੋਈ ਆਸਟ੍ਰੇਲੀਆ ਰਹਿੰਦਾ, ਇੱਕ ਬੱਚਾ ਇੰਗਲੈਂਡ ਰਹਿੰਦਾ, ਇੱਕ ਅਮਰੀਕਾ, ਇੱਕ ਕੈਨੇਡਾ, ਕਿ ਉਹ ਆਪਣੇ ਹਿਸਾਬ ਦੇ ਨਾਲ, ਆਪਣੇ ਟਾਈਮ ਦੇ ਹਿਸਾਬ ਨਾਲ ਉੱਥੇ ਜਾ ਕੇ ਆਪਣੇ ਨਾਮ ਤੇ ਪ੍ਰਾਪਰਟੀ ਕਰਾ ਸਕਦੇ ਆ, ਜੇ ਵਸੀਅਤ ਨਹੀਂ ਹੋਈ ਵੀ ਤਾਂ? ਜੀ ਇੰਟਰਸਟਿੰਗ, ਗੁੱਡ ਕੁਐਸਚਨ। ਜਾ ਸਕਦੇ ਹੈਗੇ ਆ ਜੇ ਬਿਲਕੁਲ ਜੇ ਕਲੀਅਰ ਹੋ ਰਿਹਾ ਤਾਂ ਸਾਰੇ ਇਕੱਠੇ ਚਲੇ ਜਾਣਗੇ ਤੇ ਸਭ ਕੁਝ ਜਲਦੀ ਹੋ ਜਾਏਗਾ। ਪਰ ਜੇ 2 ਬੰਦੇ ਵਿੱਚੋਂ ਨਹੀਂ ਜਾ ਸਕਦੇ, ਉਹ ਆਪਣੇ ਤੀਸਰੇ ਬੰਦੇ ਨੂੰ ਪਾਵਰ ਆਫ ਅਟਾਰਨੀ ਦੇ ਦੇਣ। ਮੈਂ ਇਹਨੂੰ ਆਪਣੀ ਪਾਵਰ ਆਫ ਅਟਾਰਨੀ ਦੇ ਕੇ ਭੇਜਦਾ ਕਿ ਮੇਰੀ ਇਸ ਜਾਇਦਾਦ ਬਾਰੇ ਇਹ ਸਾਰੇ ਮੇਰੇ ਜਿਹੜੇ ਹੱਕ ਹੈਗੇ ਉਹਦੇ 'ਚ ਜਾ ਕੇ ਮੇਰੀ ਹਾਜ਼ਰੀ ਲਵਾ ਸਕਦਾ ਹੈ। ਅੱਛਾ, ਜੇ ਇੱਕ ਜਣਾ ਵੀ ਬੱਚੇ ਚੋਂ 5 ਬੱਚਿਆਂ ਚੋਂ, ਹਾਂਜੀ, ਇੱਕ ਜਣਾ ਵੀ ਜਾ ਕੇ ਪਾਵਰ ਆਫ ਅਟਾਰਨੀ ਸਾਰਿਆਂ ਦੀ ਲੈ ਕੇ ਜਾ ਕੇ ਉੱਥੇ ਕਰ ਸਕਦਾ ਹੈ। ਓਕੇ, ਗੁੱਡ, ਥੈਂਕ ਯੂ ਸੋ ਮਚ। ਕਰਾ ਸਕਦਾ ਹੈ। ਹਾਂ ਜੀ ਪਵਾਰ ਸਾਹਿਬ, ਮੇਰਾ ਸਵਾਲ ਹੁਣ ਇਹ ਹੈ, ਮੰਨ ਲਓ ਪੇਰੈਂਟਸ, ਕੋਈ ਮਾਂ ਪਿਓ ਕਹਿ ਲਓ ਜਾਂ ਇਕੱਲਾ ਪਿਓ ਜਾਂ ਮਾਂ ਜੋ ਵੀ ਜੀਵਤ ਹੈ, ਉਹ ਬੱਚਿਆਂ ਦੇ ਨਾਂ ਵਸੀਅਤ ਕਰਵਾ ਦਿੰਦੇ ਨੇ, ਰਜਿਸਟਰਡ ਵਸੀਅਤ ਹੋ ਜਾਂਦੀ ਹੈ। ਕੱਲ ਨੂੰ ਬੱਚੇ ਹੈ ਜਿਹੜੇ ਮਾਂ-ਬਾਪ ਦੀ ਸੇਵਾ ਨਹੀਂ ਕਰਦੇ, ਬੱਚੇ ਉਸ ਦੀ ਜਿਨ੍ਹਾਂ ਨੇ ਵਸੀਅਤ ਬਣਾਈ ਹੈ, ਮਾਂ ਨੇ ਜਾਂ ਪਿਓ ਨੇ, ਉਹ ਸੇਵਾ ਨਹੀਂ ਕਰਦੇ, ਰਜਿਸਟਰਡ ਵਸੀਅਤ ਹੈ, ਕੀ ਅਜਿਹੀ ਸਥਿਤੀ ਦੇ ਵਿੱਚ ਰਜਿਸਟਰਡ ਵਸੀਅਤ ਵੀ ਕੈਂਸਲ ਹੋ ਸਕਦੇ ਹੈ ਜੇ ਚਾਹੇ ਉਹ, ਕਿਉਂਕਿ ਉਹ ਸੇਵਾ ਨਹੀਂ ਕਰ ਰਹੇ ਹੈਗੇ, ਉਹ ਤਾਂ ਉਹਨੂੰ ਪਾਣੀ ਤੱਕ ਪਿਲਾਉਣ ਨੂੰ ਤਿਆਰ ਨਹੀਂ ਹੈਗੇ? ਜੀ, ਉਹ ਰਜਿਸਟਰਡ ਵਸੀਅਤ ਹੋਵੇ ਭਾਵੇਂ ਉਹ ਕਿਸੇ ਵੇਲੇ ਵੀ ਕਰਾਈ ਜਾ ਸਕਦੀ ਹੈ। ਜਿਹੜਾ ਬੰਦਾ ਵਸੀਅਤ ਕਰਨ ਵਾਲਾ ਜੋ ਮਾਲਕ ਹੈ, ਆਪਣੀ ਵਸੀਅਤ ਕਿਸੇ ਵੇਲੇ ਵੀ ਕਰਾ ਸਕਦਾ ਹੈ।
ਉਹਨੇ ਇੱਕ ਐਪਲੀਕੇਸ਼ਨ ਦੇਣੀ ਹੈ ਕਿ ਆਹ ਮੇਰੀ ਵਸੀਅਤ ਜਿਹੜੀ ਮੈਂ ਉਸ ਵੇਲੇ ਰਜਿਸਟਰੀ ਕਰਾਈ ਸੀ, ਹਾਲਾਤ ਬਦਲ ਗਏ ਨੇ, ਮੈਨੂੰ ਹੁਣ ਇਹਨਾਂ ਤੇ ਵਿਸ਼ਵਾਸ ਨਹੀਂ ਰਿਹਾ ਜੋ ਵੀ ਹੈ, ਤਾਂ ਮੈਂ ਇਸ ਵਸੀਅਤ ਨੂੰ ਤੁੜਾਉਣਾ ਚਾਹੁੰਦਾ, ਇਹ ਵਸੀਅਤ ਮੇਰੀ ਕੈਂਸਲ ਸਮਝੀ ਜਾਵੇ। ਉਸ ਬੰਦੇ ਨੂੰ ਨੋਟਿਸ ਦੇ ਕੇ ਅਦਾਲਤ ਉੱਥੇ ਜਿਹੜੀ ਤਹਿਸੀਲਦਾਰ ਦੀ ਕਚਹਿਰੀ ਜਿੱਥੇ ਵਸੀਅਤ ਬਹੁਤ ਵਧੀਆ ਮੋਹਰਾਂ ਲੱਗੀਆਂ ਨੇ ਉੱਥੇ ਹੀ ਲਿਖ ਕੇ ਦੇ ਸਕਦਾ। ਔਰ ਉਸ ਤੋਂ ਬਾਅਦ ਜੇ ਕੋਈ ਨਵੀਂ ਵਸੀਅਤ ਬਣਾਉਣਾ ਚਾਹੁੰਦਾ ਉਹ ਨਵੀਂ ਵਸੀਅਤ ਵੀ ਬਣਾ ਸਕਦਾ ਹੈ। ਉਹ ਲਿਖ ਕੇ ਦੇ ਸਕਦਾ ਮੈਂ ਪੁਰਾਣੀ ਵਸੀਅਤ ਮੈਂ ਕੈਂਸਲ ਕਰਦਾ, ਇਹ ਮੇਰੀ ਨਵੀਂ ਵਸੀਅਤ ਹੈ, ਇਹ ਮੇਰੀ ਲਾਸਟ ਵਿਲ ਹੈ ਤੇ ਇਸ ਤੋਂ ਪਹਿਲਾਂ ਦੀਆਂ ਵਸੀਅਤਾਂ ਸਾਰੀਆਂ ਕੈਂਸਲ ਸਮਝੀਆਂ ਜਾਣ। ਇਹ ਮੈਂ ਇਸ ਹੱਕ ਦੇ ਵਿੱਚ ਕਰਦਾ ਜੀ। ਲਾਸਟ 4 ਡਿਜਿਟਸ 0191 ਜੀ। ਤੁਸੀਂ ਔਨ 에ਅਰ ਹੋ? ਹਾਂਜੀ ਹਾਂਜੀ। ਜੇ ਜੀ ਆਪਣੀ ਜ਼ਮੀਨ 4 ਸਾਲ ਲਈ ਗਹਿਣੇ ਕਰੀ ਹੋਵੇ ਕਿਸੇ ਨੇ, ਉਹ 4 ਸਾਲ ਤੋਂ ਬਾਅਦ 12 ਸਾਲਾਂ ਬਾਅਦ ਉਹ ਛਡਾ ਸਕਦਾ ਕਿ ਨਹੀਂ? ਪਹਿਲਾਂ ਮੈਨੂੰ ਇਹ ਦੱਸੋ ਕਿ ਜਿਹੜੀ ਗਹਿਣੇ ਪਾਈ ਸੀ ਉਹ ਲਿਖਤੀ ਤੌਰ ਤੇ ਪਾਈ ਸੀ ਕਿ ਜ਼ਬਾਨੀ ਕਲਾਮੀ ਪਾਈ ਸੀ? ਨਹੀਂ ਜੀ, ਉਹ ਪੇਪਰ ਦੇ ਉੱਤੇ ਜਿਹੜੇ ਪੇਪਰ 'ਚ ਕਰਦੇ ਹੁੰਦੇ ਆ ਗਹਿਣੇ ਨਾ, ਲਿਖ ਕੇ ਵੀ ਮੈਂ ਇਹਨੂੰ ਇੰਨੇ ਵੀ ਜਾਣੀ ਜਿਵੇਂ 20 ਲੱਖ ਦੇ ਵਿੱਚ ਮੈਂ ਆਪਦੇ 7 ਕਿੱਲੇ ਗਹਿਣੇ ਕਰ ਰਹੀ ਹਾਂ ਇਹਨੂੰ ਵੀ 4 ਸਾਲ ਲਈ, ਹਨਾ। ਤੇ ਫਿਰ ਉਹਨਾਂ ਨੇ ਪੁੱਛਿਆ ਹੀ ਨਹੀਂ ਤੇ ਹੁਣ 12 ਸਾਲ ਲੰਘ ਗਏ, 8 ਦੀ ਕਰੀ ਹੋਈ ਆ ਉਹਦੇ ਦੀ, 8 ਅਪ੍ਰੈਲ ਦੀ, 12 ਦੀ 13 ਹੀ ਲੰਘ ਗਏ, ਹੁਣ ਉਹ ਛਡਾ ਸਕਦੇ ਆ ਕਿ ਨਹੀਂ? ਜੀ ਮਿਹਰਬਾਨੀ ਜੀ। ਨਹੀਂ, ਉਹ ਛਡਾ ਸਕਦੇ ਆ, ਜ਼ਮੀਨ ਦੀ ਮਾਲਕੀ ਉਹਨਾਂ ਦੀ ਆ, ਉਹਨੂੰ ਪੈਸੇ ਦੇ ਦੇਣ ਜਿਹੜੇ ਪੈਸੇ ਉਹਨਾਂ ਨੇ ਉਸ ਤੋਂ ਲਏ ਸੀ ਤੇ ਉਹ ਛਡਾ ਸਕਦੇ ਆ ਜੀ। ਹੁਣ ਅਗਲਾ ਕਾਲਰ ਨੇ ਅਨੋਨਿਮਸ ਕਾਲਰ ਜੀ। ਤੁਸੀਂ ਔਨ 에ਅਰ ਹੋ? ਹਾਂ ਜੀ, ਮੇਰਾ ਨਰਿੰਦਰ ਹੋਰਾਂ ਨੂੰ ਸਵਾਲ ਹੈ ਜੀ। ਇਹ ਸਵਾਲ ਪੁੱਛਣ ਜਾਂਦਾ ਕਿ ਜਿੱਦਾਂ ਸਾਨੂੰ ਜ਼ਮੀਨ ਜਿਹੜੀ ਸਾਡੀ ਜੱਦੀ ਜ਼ਮੀਨ ਹੈ ਇਹ ਸਾਡੇ ਨਾਂ ਤਾਂ ਬੰਦੀ ਬਜ਼ੁਰਗਾਂ ਨੇ, ਸਾਡੇ ਜੋ ਬਜ਼ੁਰਗਾਂ ਦੀ ਮਿਲੀ ਹੈ, 2 ਸਾਡੇ ਬਾਬੇ ਮਤਲਬ ਬਾਬੇ ਦਾਦੇ ਗ੍ਰੈਂਡਫਾਦਰ 2 ਸੀ ਉਹ ਭਾਈ, ਨਾ ਉਹਨਾਂ ਨੇ ਵੰਡੀ ਨਾ ਉਹਨਾਂ ਦੇ ਅੱਗੇ ਬੱਚਿਆਂ ਨੇ ਵੰਡੀ ਜੀ। ਸਵਾਲ ਕੀ ਹੈ ਤੁਹਾਡਾ? ਨਾ ਉਹਨਾਂ ਨੇ ਵੰਡੀ ਨਾ ਉਹਨਾਂ ਦੇ ਬੱਚਿਆਂ ਨੇ ਵੰਡੀ। ਹੁਣ ਉਹਨਾਂ ਦੇ ਬੱਚਿਆਂ ਦੇ ਬੱਚੇ ਪੈਦਾ ਹੋ ਗਏ, ਪੁਰਾਣੇ ਸਿਆਣਿਆਂ ਨੇ ਉਹ ਜਿੱਦਾਂ ਸਿਆਣਿਆਂ ਦੇ ਜਿਸ ਟਾਈਮ ਵੰਡ ਹੋਈ ਸੀ ਉਸ ਟਾਈਮ ਜਿੱਦਾਂ ਪਿੰਡ ਦੇ ਵਿੱਚ ਜਾ ਕੇ ਸੇਧ ਖਿੱਚ ਕੇ ਇਹ ਤੇਰੀ ਹੈ ਮੇਰੀ ਇੱਦਾਂ ਕਰਕੇ ਆਪਣੇ ਆਪ ਕਬਜ਼ਾ ਕਰਦੇ ਬਾਇਆ ਕਰਦੇ ਅੱਜ ਤੱਕ ਹੁਣ ਤੱਕ ਵੀ। ਕਿਆ ਜਿਹੜਾ ਉਹ ਪੁਰਾਣੇ ਦਾ ਕਬਜ਼ਾ ਹੋਇਆ ਵਾ ਉਸ ਟਾਈਮ ਨਾਲ ਆਪਣਾ ਹੱਕ ਜਤਾਉਂਦੇ ਹੈ, ਉਹ ਕਾਨੂੰਨ ਦੇ ਮੁਤਾਬਕ ਸਹੀ ਹੈ ਜਾਂ ਨਹੀਂ ਹੈ? ਮਿਹਰਬਾਨੀ ਜੀ। ਜਿਹੜੇ ਬਲੱਡ ਰਿਲੇਸ਼ਨ ਨੇ, ਜੇ ਦਾਦੇ ਦੀ ਜ਼ਮੀਨ ਸੀ ਤੇ ਪੋਤੇ ਸਾਰੇ ਬਰਾਬਰ ਦੇ ਵਾਰਸ ਨੇ, ਪੋਤੇ ਪੋਤੀਆਂ ਜਿਹੜੇ ਉਹਦੇ ਨੇ ਉਹ ਬਰਾਬਰ ਦੇ ਵਾਰਸ ਨੇ। ਜੇ ਜ਼ਮੀਨ ਨਹੀਂ ਵੰਡੀ ਗਈ, ਉਹਨਾਂ ਨੇ ਨਹੀਂ ਵੰਡੀ ਤੇ ਜ਼ਮੀਨ ਹੁਣ ਵੰਡੀ ਜਾ ਸਕਦੀ ਹੈ। ਜਿੰਨਾ ਹਿੱਸਾ ਤੁਹਾਡਾ ਬਣੇਗਾ ਉਨਵੇਂ ਹਿੱਸੇ ਦੇ ਤੁਸੀਂ ਆਪਣੀ ਮਾਲਕੀ ਕਲੇਮ ਕਰ ਸਕਦੇ ਹੋ ਜੀ। ਨੈਕਸਟ ਕਾਲਰ ਜੀ। ਹਾਂਜੀ ਬਾਈ ਜੀ, ਮੇਰਾ ਸਵਾਲ ਆ ਵੀ ਮੰਨ ਲਓ ਵੀ ਆਪਾਂ ਸਾਰੇ ਜਣੇ ਇੱਥੇ ਬੈਠੇ ਆ ਤੇ ਪਿੰਡ ਆਪਾਂ ਬੰਦਾ ਰੱਖ ਲਿਆ ਕੋਈ ਪਿੰਡੋਂ ਵੀ ਤੂੰ ਸਾਡੇ ਘਰੇ ਰਹਿ, ਸਾਡੀ ਕੋਠੀ ਦੀ ਟੇਕ ਕੇਅਰ ਕਰ, ਤੈਨੂੰ ਅਸੀਂ ਮਹੀਨੇ ਦੇ ਮਹੀਨੇ ਖਰਚਾ ਵੀ ਦਿੰਦੇ ਆ। 5-7 ਸਾਲ 10 ਸਾਲ ਆਪਾਂ ਨਹੀਂ ਪਿੰਡ ਗਏ ਤੇ ਕੀ ਜਦੋਂ ਆਪਾਂ ਜਾਣੇ ਪਤਾ ਲੱਗਦਾ ਵੀ ਇਹਨੇ ਖਰਾਬ ਕੀਤਾ ਤੇ ਆਪਾਂ ਉਹਨੂੰ ਕਹਿੰਦੇ ਵੀ ਤੂੰ ਘਰੋਂ ਨਿਕਲ ਜਾ, ਤੇ ਉਹ ਕਹਿ ਸਕਦਾ ਵੀ ਮੈਂ ਹੁਣ ਇੱਥੋਂ ਜਾਣਾ ਨਹੀਂ, ਇੱਥੇ ਰਹੂੰਗਾ ਪੱਕਾ? ਕੋਈ ਹੈ ਕਾਨੂੰਨ ਜਾਂ ਆਪਾਂ ਉਹਨੂੰ ਕੱਢ ਸਕਦੇ ਹਾਂ ਆਰਾਮ ਨਾਲ? ਕੋਈ ਕਾਨੂੰਨ ਨਹੀਂ ਹੈ, ਕੋਈ ਕਾਨੂੰਨ ਨਹੀਂ ਹੈ। ਤੁਸੀਂ ਮਾਲਕ ਹੋ, ਤੁਸੀਂ ਮਾਲਕ ਰਹੋਗੇ, ਤੁਸੀਂ ਜਿਹਨੂੰ ਮਰਜ਼ੀ ਰੱਖੋ, ਜਿਹਨੂੰ ਮਰਜ਼ੀ ਕੱਢੋ। ਜੇ ਉਹ ਤੁਹਾਡੀ ਗੱਲ ਨਹੀਂ ਮੰਨਦਾ ਤੁਸੀਂ ਲਿਖ ਕੇ ਦਿਓ, ਅਦਾਲਤ ਉਹ ਕੰਪਲੇਂਟ ਕਰੋ, ਉਸਦੀ ਥਾਣੇ ਉਹਦੇ FIR ਦਰਜ ਕਰਾਓ ਕਿ ਸਾਡੀ ਮਾਲਕੀ ਹੈ, ਸਾਨੂੰ ਹੁਣ ਘਰ ਦੀ ਲੋੜ ਹੈਗੀ ਹੈ, ਇਹ ਬੰਦਾ ਇੱਥੇ ਘਰ ਨਹੀਂ ਕਰਦਾ ਜੀ, ਤੇ ਉਸ ਦੇ ਖਿਲਾਫ ਪਰਚਾ ਦਰਜ ਹੋਏਗਾ ਤੇ ਨਾਲ ਤੁਸੀਂ ਉੱਥੇ ਆਪਣਾ ਲੀਗਲ ਕਾਰਵਾਈ ਹੋਰ ਕਰ ਸਕਦੇ ਹੋ। ਹੱਕ ਤੁਹਾਡਾ ਰਹੇਗਾ, ਤੁਹਾਡੀ ਮਾਲਕੀ ਹੈ, ਤੁਹਾਡੀ ਚੀਜ਼ ਹੈ। ਜੇ ਕੋਈ ਵਿੱਚ ਤੁਸੀਂ ਕਿਸੇ ਨੂੰ ਬਿਠਾ ਕੇ ਗਏ ਹੋ ਉਸ ਦਾ ਕੋਈ ਹੱਕ ਨਹੀਂ। ਜੀ ਨੈਕਸਟ ਕਾਲਰ 6543 ਤੁਸੀਂ ਔਨ 에ਅਰ ਹੋ? ਆਪਣਾ ਬਾਈ ਜੀ ਰੇਡੀਓ ਹੌਲੀ ਕਰ ਲਿਓ। ਨੇ ਮਤਲਬ ਕਿਸੇ ਨੇ ਵਸੀਅਤ ਕਰਾਤੀ, ਬਜ਼ੁਰਗ ਨੇ ਵਸੀਅਤ ਕਰਾਤੀ ਕਿਸੇ ਦੇ ਨਾਮ, ਉਹਦੀ ਕੋਠੀ ਹੈ ਉੱਥੇ, ਉਹਦੀ ਵਸੀਅਤ ਵਗੈਰਾ ਸਭ ਕੁਝ ਉੱਥੇ ਹੀ ਪਿਆ ਹੈ, ਉਹਦੇ ਇਕੱਲੇ ਦੇ ਨਾਮ ਕਰਾਈ ਹੈ ਭਾਈ ਵੀ ਨੇ, ਉਹ ਬਜ਼ੁਰਗ ਦੀ ਡੈਥ ਹੋ ਜਾਂਦੀ ਹੈ ਤੇ ਉਹਦੀ ਵਸੀਅਤ ਵੀ ਸਭ ਕੱਢ ਲੈਂਦੇ ਨੇ ਤੇ ਆਪਦੀ ਨਵੀਂ ਵਸੀਅਤ ਬਣਾ ਕੇ ਆਪਣੀ ਜ਼ਮੀਨ ਨਾਂ ਕਰਾ ਲੈਂਦੇ ਨੇ। ਹੁਣ ਕੀ ਬਣੂ ਉਹਦਾ? ਆਪ ਥੋੜਾ ਵਸੀਅਤ ਲਿਖੇਗਾ, ਵਸੀਅਤ ਤਾਂ ਜਿਹੜਾ ਮਰਨ ਵਾਲਾ ਬੰਦਾ ਸੀ ਉਹ ਵਸੀਅਤ ਕਰ ਗਿਆ, ਵਸੀਅਤ ਕਰ ਗਿਆ ਤਾਂ ਉਹਦੀ ਵਸੀਅਤ ਉਹੀ ਰਹੇਗੀ ਜੋ ਉਹਨੇ ਲਿਖਿਆ ਹੋਇਆ ਹੈ ਕਿ ਮੇਰੇ ਮਰਨ ਤੋਂ ਬਾਅਦ ਆਹ ਬੰਦੇ ਮੇਰੇ ਧੀਆਂ ਪੁੱਤ ਮੇਰੇ ਵਾਰਸ ਨੇ, ਉਹ ਉਹੀ ਰਹਿਣਗੇ ਜਿਹੜੇ ਵਿੱਚ ਮੈਂਸ਼ਨ ਨੇ। ਉਹ ਬੰਦਾ ਇਕੱਲਾ ਆਪਣੇ ਨਾਲ ਨਹੀਂ ਕਰਾ ਸਕਦਾ। ਜੀ ਪਵਾਰ ਸਾਹਿਬ ਲਾਸਟ ਕਾਲਰ ਹੈ, ਇਸ ਤੋਂ ਬਾਅਦ ਬਾਕੀ ਤੋਂ ਮਾਫੀ ਚਾਹਾਂਗੇ ਜੀ। ਜੀ ਸਵਾਲ ਹੈਗਾ ਜਿਹਦਾ ਬਜ਼ੁਰਗ ਚਲੇ ਗਏ ਹੈਗੇ ਆ ਤੇ ਵਸੀਅਤ ਹੋ ਚੁੱਕੀ ਆ ਜ਼ਮੀਨਾਂ ਦੀ,
ਤੇ ਜਿੱਦਾਂ ਵੈਸੇ ਲਿਖਿਆ ਗਿਆ ਕਿ 1/3 ਜਿੱਦਾਂ ਨਾ ਜਦੋਂ ਵੀ ਟੁਕੜੇ ਹੁੰਦੇ ਆ ਜਿੱਦਾਂ ਸਾਰੇ ਭਰਾਵਾਂ ਦੇ ਨਾਲ ਹੈਗੀ ਆ। ਲੇਕਿਨ ਸਵਾਲ ਇਹ ਹੈਗਾ ਕਿ ਜੇ ਜਿੱਦਾਂ 2 ਭਰਾ ਇੱਥੇ ਆ ਇੱਕ ਉੱਥੇ ਆ ਤਾਂ ਜੇ ਇੱਕ ਜਾਂ 2 ਭਰਾ ਕਹਿੰਦੇ ਅਸੀਂ ਨਹੀਂ ਕਰਨਾ ਜਾਂ 2 ਕਹਿੰਦੇ ਅਸੀਂ ਕੱਢਣੀ ਆ ਤਾਂ ਉਹਦਾ ਕੀ ਹਿਸਾਬ ਕਿਤਾਬ ਕਿ ਉਹ ਆਪਣੀ ਜ਼ਮੀਨ ਕੱਢ ਸਕਦੇ ਜਾਂ ਕਿਹਨੂੰ ਦੇ ਸਕਦੇ ਆ? ਜੇ ਸਮਝ ਲਓ ਜਿਹੜਾ 2 ਭਰਾ ਇੱਥੇ ਆ ਉਹ ਕਹਿੰਦਾ ਅਸੀਂ ਕੱਢਣੀ ਹੈਗੀ ਆ ਤੇ ਤੀਜਾ ਭਰਾ ਕਹਿੰਦਾ ਮੈਂ ਨਹੀਂ ਕੱਢਣੀ ਹੈਗੀ ਤਾਂ ਉਹਦਾ ਕੀ ਸੋਲੂਸ਼ਨ ਹੋ ਸਕਦਾ ਕਿ ਇੱਕ ਬੰਦਾ ਆਪਣਾ ਕਿਸੇ ਹੋਰ ਨੂੰ ਦੇ ਸਕਦਾ, ਵੇਚ ਸਕਦਾ ਜਾਂ ਕਿੱਦਾਂ ਹੋ ਸਕਦਾ? ਜਿਹੜੇ ਉਸ ਵਿੱਚ ਜਿਹੜੇ ਬਰਾਬਰ ਦੇ ਵਿਰਾਸਤ ਦੇ ਹੱਕਦਾਰ ਨੇ ਉਹ ਆਪਣਾ ਹਿੱਸਾ ਕਲੇਮ ਕਰ ਸਕਦੇ। ਉੱਥੇ ਤਕਸੀਮ ਦੀ ਐਪਲੀਕੇਸ਼ਨ ਪਾਓ ਤਹਿਸੀਲਦਾਰ ਨੂੰ ਕਿ ਸਾਡੀ ਜ਼ਮੀਨ ਦੀ ਇਸ ਤਸਵੀਰ ਦੇ ਆਧਾਰ ਤੇ ਵੰਡ ਕੀਤੀ ਜਾਵੇ ਤੇ ਤੁਹਾਨੂੰ ਆਪੋ ਆਪਣਾ ਹਿੱਸਾ ਮਿਲ ਜਾਏਗਾ। ਆਪਣੇ ਹਿੱਸਾ ਜਦੋਂ ਮਿਲ ਗਿਆ ਤੁਸੀਂ ਉਦੋਂ ਜੋ ਮਰਜ਼ੀ ਵੇਚੋ ਉਹਨੂੰ। ਜੀ ਜਿਹੜਾ ਰੱਖਣਾ ਚਾਹੇਗਾ ਰੱਖੇਗਾ, ਜਿਹੜਾ ਵੇਚਣਾ ਚਾਹੇਗਾ ਵੇਚੇਗਾ। ਤੇ ਹੁਣ ਕਨਕਲੂਡਿੰਗ ਮੈਸੇਜ ਜੋ ਇਹ ਮਿਸਯੂਜ਼ ਹੋ ਰਹੀਆਂ ਨੇ ਪਾਵਰ ਆਫ ਅਟਾਰਨੀ ਜਾਂ ਕੱਚੀ ਪੱਕੀ ਵਸੀਅਤ ਦਾ ਮਾਮਲਾ ਹੈ ਜੋ ਝਗੜੇ 'ਚ ਮੇਲੇ ਖੜੇ ਹੋ ਰਹੇ ਨੇ, ਅਖੀਰ 'ਚ ਕੀ ਸੁਨੇਹਾ ਦੇਣਾ ਚਾਹੋਗੇ ਪਵਾਰ ਸਾਹਿਬ? ਮੈਂ ਕਹਿਣਾ ਆਪਣੇ ਹੱਕ ਦੀ ਰਾਖੀ ਆਪ ਕਰੋ। ਜੇ ਤੁਹਾਨੂੰ ਲੱਗਦਾ ਵੀ ਕੋਈ ਵਸੀਅਤ ਜਾਂ ਕੋਈ ਗਲਤ ਹੈਗੀ ਉਹਦਾ ਕੋਈ ਗਲਤ ਇਸਤੇਮਾਲ ਕਰਦਾ ਉਸ ਦੇ ਬਾਰੇ ਅੱਜ ਕੱਲ੍ਹ ਤੇ ਬੜਾ ਡਾਇਰੈਕਟ ਹੈਗਾ, ਲਿਖਤੀ ਤੌਰ ਤੇ ਕੰਪਲੇਂਟ ਭੇਜੋ, ਈਮੇਲ ਵੀ ਕਰੋ, ਲਿਖਤੀ ਤੌਰ ਤੇ ਕੰਪਲੇਂਟ ਕਰਕੇ ਰਜਿਸਟਰੀ ਵੀ ਕਰੋ। ਇਹ ਟੈਲੀਫੋਨ ਤੇ ਦੱਸ ਸਕਦੇ ਹੋ, ਟੈਲੀਫੋਨ ਵੀ ਦੱਸੋ। ਸਾਰੇ ਦਫ਼ਤਰਾਂ ਦੀਆਂ ਸਾਈਟਾਂ ਬਣੀਆਂ ਹੋਈਆਂ ਨੇ, ਪੰਜਾਬ ਗੌਰਮੈਂਟ ਦੇ ਦਫ਼ਤਰ ਦੀਆਂ, DGP ਜਿਹੜਾ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੀਆਂ, ਈਵਨ ਕਿ ਤਹਿਸੀਲਦਾਰਾਂ ਦੇ ਵੀ ਨੰਬਰ ਨੇ। ਤੇ ਪੁਲਿਸ ਨੂੰ ਕੰਪਲੇਂਟ ਕਰੋ ਔਰ ਨਾਲ ਰੈਵਨਿਊ ਅਥਾਰਟੀਜ਼ ਨੂੰ ਅਪਰੋਚ ਕਰੋ ਵੀ ਸਾਡੀ ਇਹ ਜਿਹੜੀ ਚੀਜ਼ ਹੈਗੀ ਹੈ ਇਹਦਾ ਮਿਸਯੂਜ਼ ਨਾ ਕੀਤਾ ਜਾ ਸਕੇ। ਜੇ ਕੋਈ ਮਿਸਯੂਜ਼ ਕਰਦਾ ਤੇ ਉਸ ਰਜਿਸਟਰ ਆਫਰ ਨੂੰ, DC ਨੂੰ, ਤਹਿਸੀਲਦਾਰ ਨੂੰ ਲਿਖ ਕੇ ਭੇਜ ਦਿਓ ਵੀ ਮੈਂ ਬਾਹਰ ਹੈਗਾ, ਮੈਨੂੰ ਸ਼ੱਕ ਪੈਂਦਾ ਕਿ ਫਲਾਨਾ ਬੰਦਾ ਇਹਨੂੰ ਮਿਸਯੂਜ਼ ਕਰੇਗਾ, ਮੇਰੀ ਗੈਰ ਹਾਜ਼ਰੀ 'ਚ ਇਸ ਨੂੰ ਮਿਸਯੂਜ਼ ਨਾ ਕੀਤਾ ਜਾਵੇ। ਉਹ ਫਿਰ ਉਹਨਾਂ ਨੂੰ ਨੋਟਿਸ ਹੋ ਜਾਏਗਾ, ਫਿਰ ਉਹ ਉਸ ਤਰ੍ਹਾਂ ਦੀ ਕਾਰਵਾਈ ਨਹੀਂ ਕਰਨਗੇ। ਜੀ ਪਵਾਰ ਸਾਹਿਬ ਬਹੁਤ ਬਹੁਤ ਧੰਨਵਾਦ ਸਰ।